ਦਰਸ਼ਕੋ, ਅਸੀਂ ਅਕਸਰ ਸੁਣਦੇ ਹਾਂ ਕਿ ਇੱਕ ਚੰਗੇ ਸਰੀਰ ਦੇ ਵਿੱਚ ਹੀ ਨਰੋਇਆ ਮਨ ਨਿਵਾਸ ਕਰਦਾ ਹੈ। ਸਰੀਰਿਕ ਸਵਸਥ ਹੋਣਾ ਔਰ ਤੰਦਰੁਸਤੀ ਹੋਣਾ ਔਰ ਇਹਦੇ ਨਾਲ ਮਾਨਸਿਕ ਤਵਾਜ਼ਨ ਵੀ ਬਣਿਆ ਰਹਿਣਾ, ਇਹਦਾ ਬੈਲੈਂਸ ਬਣਿਆ ਰਹਿਣਾ, ਇਹ ਬੜਾ ਜ਼ਰੂਰੀ ਹੈ। ਔਰ ਸਾਡੇ ਮੁੱਢ ਕਦੀਮ ਤੋਂ ਹੀ ਸਾਨੂੰ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਨੇ ਇਹ ਸਮਝਾਇਆ ਹੈ ਕਿ ਸਰੀਰ ਨੂੰ ਵੀ ਸਵਸਥ ਰੱਖਣ ਦੇ ਲਈ ਜਿੱਥੇ ਅਸੀਂ ਕਸਰਤ ਕਰਦੇ ਹਾਂ ਉੱਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਆਪਣੇ ਅੰਦਰ ਨੂੰ ਪਵਿੱਤਰ ਕਰਨ ਦੇ ਲਈ, ਜਿਹਦੇ ਵਿੱਚੋਂ ਸੂਖਮ ਕਲਾਵਾਂ ਆ ਜਾਂਦੀਆਂ ਨੇ। ਕਲਾਵਾਂ 'ਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਲੋਕ ਕਲਾਵਾਂ ਆਪ ਮੁਹਾਰੇ ਹੀ ਸਾਨੂੰ ਉਸ ਵਹਿਣ ਦੇ ਵਿੱਚ ਲੈ ਚਲਦੀਆਂ ਨੇ ਜਿਸ ਵਹਿਣ ਦੇ ਵਿੱਚ ਜਾ ਕੇ ਸਮਾਜ ਦੇ ਵਿੱਚ ਸੁਹਿਰਦਤਾ ਦਾ ਨਿਰਮਾਣ ਹੁੰਦਾ ਹੈ। ਅੱਜ ਲੋਕ ਕਲਾਵਾਂ ਔਰ ਲੋਕ ਨਾਚਾਂ ਦੇ ਬਾਰੇ ਗੱਲ ਕਰਨ ਦੇ ਲਈ ਸਾਡੇ ਕੋਲ ਇੱਕ ਬੇਹੱਦ ਮਾਇਨਾ ਸ਼ਖਸੀਅਤ ਮੌਜੂਦ ਨੇ, ਜਿਨ੍ਹਾਂ ਨੇ ਆਪਣੀ ਤਮਾਮ ਉਮਰ, ਜਿੱਥੋਂ ਤੱਕ ਮੇਰੀ ਸਮਝ ਹੈ, ਉਹ ਲੋਕ ਨਾਚਾਂ ਨੂੰ ਹੀ ਸਮਰਪਿਤ ਕਰ ਦਿੱਤੀ ਹੈ। ਖੁਦ ਲੋਕ ਨਾਚ ਸਿੱਖ ਕੇ, ਕਰਵਾ ਕੇ, ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਇੱਕ ਪਹਿਚਾਣ ਬਣਾ ਕੇ ਇੱਕ ਨਾਮ ਜਦੋਂ ਪੰਜਾਬ ਦੇ ਹਸਤਾਖਰ ਦੇ ਉੱਤੇ ਅਸੀਂ ਦੇਖਦੇ ਹਾਂ ਆਸਮਾਨ ਦੇ ਉੱਤੇ, ਤਾਂ ਉਹ ਬੜੇ ਸ਼ਿੱਦਤ ਦੇ ਨਾਲ ਸਾਡੇ ਸਾਹਮਣੇ ਆਉਂਦਾ ਹੈ ਔਰ ਉਹ ਨਾਮ ਹੈ ਸਰਦਾਰ ਨੀਤੀ ਰਾਜ ਬੀਜ ਸਿੰਘ। ਅੱਜ ਸਾਡੇ ਨਾਲ ਮੌਜੂਦ ਨੇ, ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਨੀਤੀ ਜੀ, ਬਹੁਤ ਬਹੁਤ ਪਹਿਲੇ ਤਾਂ ਸਵਾਗਤ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ, ਦੂਰਦਰਸ਼ਨ ਦੇ ਵਿਹੜੇ ਦੇ ਵਿੱਚ। ਔਰ ਜਿਵੇਂ ਕਿ ਮੈਂ ਗੱਲ ਕੀਤੀ ਕਿ ਤੁਸੀਂ ਖੁਦ ਲੋਕ ਨਾਚ ਭੰਗੜੇ ਦੇ ਇੱਕ ਸਿਰਮੌਰ ਹਸਤਾਖਰ ਹੋ ਔਰ ਤੁਸੀਂ ਖੁਦ ਸਿੱਖਿਆ, ਫਿਰ ਪਾਇਆ, ਫਿਰ ਪਵਾਇਆ ਔਰ ਉਸ ਨੂੰ ਮਾਨਤਾ ਦੇ ਤੌਰ ਦੇ ਉੱਤੇ ਤੁਸੀਂ ਰਾਸ਼ਟਰੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਜਾ ਕੇ ਤੁਸੀਂ ਲੋਕਾਂ ਤੱਕ ਪਹੁੰਚਾਇਆ ਹੈ, ਲੋਕਾਂ ਨੂੰ ਉਹਦੇ ਨਾਲ ਜੋੜਿਆ ਹੈ। ਸਾਡੀ ਪਛਾਣ ਹੈ ਭੰਗੜਾ। ਅਸੀਂ ਭੰਗੜੇ 'ਤੇ ਵੀ ਆਵਾਂਗੇ, ਪਰ ਪਹਿਲੇ ਅਸੀਂ ਇੱਥੇ ਆਈਏ ਵੀ ਅਸੀਂ ਲੋਕ ਨਾਚ ਜਿਹਨੂੰ ਕਹਿੰਦੇ ਹਾਂ, ਇਹ ਲੋਕ ਨਾਚ ਅਸਲ ਦੇ ਵਿੱਚ ਪਰੰਪਰਾ ਦੇ ਵਿੱਚ ਕਿੱਥੋਂ ਸ਼ਾਮਿਲ ਹੁੰਦਾ ਹੈ, ਕਿੱਥੇ ਜੁੜਦਾ ਹੈ ਆ ਕੇ? ਜੇ ਤੁਸੀਂ ਥੋੜ੍ਹਾ ਜਿਹਾ ਚਾਨਣਾ ਪਾ ਸਕੋ ਤਾਂ। ਜੀ ਬਿਲਕੁਲ। ਲੋਕ ਨਾਚ ਜਿੱਦਾਂ ਮੈਂ ਆਪਣੇ ਉਸਤਾਦ ਸਰਦਾਰ ਇੰਦਰਜੀਤ ਸਿੰਘ ਮਰਹੂਮ ਤੋਂ ਸਿੱਖਿਆ, ਕਿਉਂਕਿ ਇਹ ਲੋਕ ਕਲਾਵਾਂ ਨੇ, ਲੋਕ ਕਲਾਵਾਂ ਸਾਨੂੰ ਲਿਖਤ ਰੂਪ ਵਿੱਚ ਘੱਟ ਮਿਲਦੀਆਂ ਨੇ, ਪਰ ਇਹ ਹੈ ਕਿ ਅਸੀਂ ਇੱਕ ਤੋਂ ਦੂਜੇ ਤੱਕ ਮੌਖਿਕ ਤੌਰ 'ਤੇ ਇਹ ਪਹੁੰਚਦੀਆਂ ਨੇ। ਉੱਦਾਂ ਹੀ ਮੈਂ ਆਪਣੇ ਉਸਤਾਦ ਜੀ ਤੋਂ ਜੋ ਸਿੱਖਿਆ ਕਿ ਜਿਹੜੇ ਲੋਕ ਕਲਾਵਾਂ ਨੇ, ਲੋਕ ਕਲਾਵਾਂ ਵਿੱਚ ਖਾਸ ਕਰਕੇ ਲੋਕ ਨਾਚ ਔਰ ਲੋਕ ਨਾਚਾਂ ਵਿੱਚ ਖਾਸ ਕਰਕੇ ਭੰਗੜਾ, ਜਿਹੜਾ ਕਿ ਮਰਦਾਂ ਦਾ ਨਾਚ ਹੈ, ਲੋਕ ਨਾਚ ਭੰਗੜਾ ਜਿਹੜਾ ਆ, ਉਹ ਜੋ ਸਰ ਦੱਸਦੇ ਹੁੰਦੇ ਸੀਗੇ ਮੇਰੇ ਉਸਤਾਦ ਜੀ, ਕਹਿੰਦੇ ਵੀ ਜਦੋਂ ਕੋਈ ਵੀ ਬੱਚਾ ਜਿਹੜਾ ਆ ਉਹ ਪੈਦਾ ਹੁੰਦਾ ਹੈ ਔਰ ਸਭ ਤੋਂ ਪਹਿਲਾਂ ਕਲਕਾਰੀ ਮਾਰਦਾ ਹੈ ਔਰ ਆਪਣੀਆਂ ਬਾਹਾਂ ਚੱਕ ਕੇ ਆਪਣੇ ਪਿਤਾ ਵੱਲ ਜਾਂ ਆਪਣੀ ਮਾਂ ਵੱਲ ਨੂੰ ਹੱਥ ਤਾਂ ਕਰਦਾ, ਤੇ ਉਹ ਭੰਗੜੇ ਦੀ ਇੱਕ ਮੁਦਰਾ ਆ। ਜਦੋਂ ਕਿਤੇ ਕਿਸੇ ਭਲੇ ਵੇਲੇ ਦੇ ਵਿੱਚ, ਜਦੋਂ ਕਿਤੇ ਪੁਰਾਣੇ ਸਮੇਂ ਦੇ ਵਿੱਚ ਕਿਸੇ ਸ਼ਿਕਾਰੀ ਨੇ ਪਹਿਲੀ ਵਾਰੀ ਆਪਣਾ ਸ਼ਿਕਾਰ ਮਾਰਿਆ ਜਾਂ ਸ਼ਿਕਾਰ ਮਾਰਨ ਵਾਸਤੇ ਆਪਣਾ ਭਾਲਾ, ਜਿਹੜਾ ਆਪਣਾ ਬਰਛਾ ਹੈ, ਉਹ ਉਹਦੇ ਵੱਲ ਨੂੰ ਵਗਾਇਆ ਔਰ ਉਹ ਜੰਪ ਕੀਤਾ, ਤੇ ਉਹ ਵੀ ਇੱਕ ਭੰਗੜੇ ਦੀ ਜਿਹੜੀ ਹੈ ਉਹ ਮੁਦਰਾ ਆ। ਇਸ ਤਰੀਕੇ ਨਾਲ ਜਿਹੜਾ ਇਹ ਲੋਕ ਨਾਚ ਹੈ, ਇਹ ਸਾਡੇ ਕੋਲ ਹੌਲੀ ਹੌਲੀ ਉਸਤਾਦਾਂ ਤੋਂ ਅੱਗੇ ਸ਼ਾਗਿਰਦਾਂ ਤੱਕ, ਔਰ ਸ਼ਾਗਿਰਦ ਜਦੋਂ ਉਸਤਾਦ ਬਣਦੇ ਉਹਨਾਂ ਤੋਂ ਅੱਗੇ ਉਹਨਾਂ ਸ਼ਾਗਿਰਦਾਂ ਤੱਕ ਇਹ ਹੌਲੀ ਹੌਲੀ ਤੁਰਿਆ ਆਉਂਦਾ ਰਿਹਾ ਔਰ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਸੀ ਨਾਲ ਜੁੜਦੀ ਰਹੀ। ਸੋ ਇਸ ਤਰੀਕੇ ਦੇ ਨਾਲ ਇਹ ਪਰੰਪਰਾ ਦੇ ਵਿੱਚ ਸ਼ਾਮਿਲ ਹੁੰਦਾ ਹੋਇਆ ਸਾਡੇ ਕੋਲ ਮੁਗਲ ਕਾਲ ਆਇਆ, ਭਗਤੀ ਕਾਲ ਆਇਆ ਔਰ ਅੱਜ ਅਸੀਂ ਪੋਸਟ ਮਾਡਰਨ ਈਰਾ ਦੇ ਵਿੱਚ ਵੀ ਚੱਲਦੇ ਪਏ ਹਾਂ। ਸੋ ਅੱਜ ਤੱਕ ਵੀ ਉਹ ਪਰੰਪਰਾਵਾਂ ਕਾਇਮ ਨੇ ਔਰ ਅੱਜ ਵੀ ਉਹ ਚੱਲ ਰਿਹਾ। ਹਾਲਾਂਕਿ ਪੁਰਾਣੇ ਸਮੇਂ ਔਰ ਅੱਜ ਦੇ ਸਮੇਂ ਦੇ ਵਿੱਚ ਫ਼ਰਕ ਦੇ ਵਿੱਚ ਵੀ ਅਸੀਂ ਗੱਲ ਕਰਾਂਗੇ, ਪਰ ਨਿਰੋਲ ਰੂਪ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਲੋਕ ਨਾਚ ਦੀ, ਤਾਂ ਸਾਡੇ ਕੋਲ ਕਿਹੋ ਜਿਹੇ ਲੋਕ ਨਾਚ ਮੌਜੂਦ ਨੇ। ਅਤੇ ਲੋਕ ਨਾਚ ਅਤੇ ਆਮ ਜਿਹੜਾ ਇੱਕ ਜਿਹਨੂੰ ਅਸੀਂ ਡਾਂਸ ਕਹਿ ਦਿੰਦੇ ਹਾਂ, ਅੱਜ ਕੱਲ੍ਹ ਕਹਿੰਦੇ ਫੋਕ, ਰੰਬਾ ਸੰਬਾ, ਹੈ ਨਾ, ਜੈਜ਼ ਜਾਂ ਪਤਾ ਨਹੀਂ ਕੀ ਕੁਛ ਹੈ ਨਾ, ਇਹ ਸਾਰੇ ਨੇ। ਅਤੇ ਇਹਨਾਂ ਤੋਂ ਅੱਡ ਲੋਕ ਨਾਚ ਆਪਣੀ ਪਛਾਣ ਕਿਵੇਂ ਬਣਾਉਂਦਾ? ਅਸੀਂ ਕਿਵੇਂ ਕਹੀਏ ਕਿ ਇਹ ਲੋਕ ਨਾਚ ਹੈ? ਲੋਕ ਨਾਚ ਪਹਿਲੀ ਗੱਲ ਤਾਂ ਜਿਵੇਂ ਤੁਸੀਂ ਜਿਹਨਾਂ ਡੈਂਸਿਸ ਦੇ ਨਾਂ ਲਏ ਨੇ, ਸਾਰੇ ਡੈਂਸਿਸ ਸਾਡੇ ਇੱਥੋਂ ਦੇ ਨੇਗੇ, ਸਾਰੇ ਬਾਹਰਲੇ ਨੇ ਜੀ। ਜਦੋਂ ਮੁਗਲਾਂ ਦੇ ਹਿੰਦੁਸਤਾਨ ਦੇ ਉੱਤੇ ਧਾਵੇ ਹੁੰਦੇ ਨੇ ਜਾਂ ਉਸ ਤੋਂ ਬਾਅਦ ਪੰਜਾਬ ਦੀ ਵੰਡ ਹੁੰਦੀ ਹੈ, ਪੰਜਾਬ ਦੀ ਵੰਡ ਤੋਂ ਪਹਿਲਾਂ ਜਿੱਥੇ ਕਿਤੇ ਜਦੋਂ ਸਮਾਜ ਥੋੜ੍ਹਾ ਸਥਿਰ ਹੋਇਆ, ਜਦੋਂ ਉਹਨਾਂ ਨੂੰ ਆਪਣੀ ਜਾਨ ਤੋਂ, ਆਪਣੇ ਢਿੱਡਾਂ ਤੋਂ ਜਿਹੜੀ ਚਿੰਤਾਵਾਂ ਸੀ ਉਹ ਤੋਂ ਵੇਲ ਮਿਲਿਆ, ਤੇ ਉਹਨਾਂ ਨੇ ਜਿਹੜੀ ਆਪਣੇ ਲੋਕ ਕਲਾਵਾਂ ਸੀਗੀਆਂ, ਜਿਹੜੀਆਂ ਆਪਣੇ ਉਹਨਾਂ ਦੇ ਘਰਾਂ ਵਿੱਚ ਸੀਗੀਆਂ, ਉਹ ਜਾਂ ਆਪਣੇ ਦਾਦੇ ਬਾਬਿਆਂ ਤੋਂ ਜਿਹੜੀਆਂ ਸਿੱਖਦੇ ਸੀਗੇ ਜਾਂ ਆਪਣੇ ਮਾਵਾਂ ਤੋਂ, ਉਹ ਜਦੋਂ ਉਹਨਾਂ ਨੂੰ ਸਾਂਭਣ ਦਾ ਟਾਈਮ ਆਇਆ, ਤੇ ਉਦੋਂ ਫਿਰ ਲੋਕ ਜਿਹੜੀਆਂ ਕਲਾਵਾਂ ਨੇ, ਲੋਕ ਨਾਚ ਖਾਸ ਕਰਕੇ, ਲੋਕ ਗੀਤ ਖਾਸ ਕਰਕੇ, ਇਹ ਫਿਰ ਉਦੋਂ ਬਚਦੇ ਨੇ। ਠੀਕ ਹੈ ਜੀ। ਉਹ ਜਦੋਂ ਬਚਦੇ ਨੇ ਉਹ ਫਿਰ ਅੱਗੇ ਤੋਂ ਅੱਗੇ ਤੁਰਦੇ ਨੇ। ਇਸੇ ਤਰੀਕੇ ਦੇ ਨਾਲ ਹੀ ਸਾਡੇ ਪੰਜਾਬ ਦੇ ਜਿਹੜੇ ਲੋਕ ਨਾਚ ਨੇ, ਵੰਡ ਤੋਂ ਪਹਿਲਾਂ ਕਈ ਲੋਕ ਨਾਚ ਜਿਹੜੇ ਵੱਖਰੇ ਵੱਖਰੇ ਖਿੱਤਿਆਂ ਵਿੱਚ ਨੱਚੇ ਜਾਂਦੇ ਸੀ, ਪਰ ਜਦੋਂ ਵੰਡ ਤੋਂ ਬਾਅਦ ਸ਼ੁਰੂ ਹੋਇਆ ਪੰਜਾਬ ਦੁਬਾਰਾ ਚੜ੍ਹਦਾ ਪੰਜਾਬ ਹੈ ਬਣਦਾ,
ਚੜ੍ਹਦੇ ਪੰਜਾਬ ਦੇ ਵਿੱਚ ਫਿਰ ਸਿਰਫ ਤੇ ਸਿਰਫ ਭੰਗੜਾ ਤੇ ਗਿੱਧਾ ਜਿਹੜਾ ਹੈ ਸਭ ਤੋਂ ਪਹਿਲਾਂ ਉਹੀ ਜਿਹੜਾ ਆ ਉਹ ਸਾਹਮਣੇ ਆਇਆ। ਉਸ ਤੋਂ ਬਾਅਦ ਫਿਰ ਝੂਮਰ, ਫਿਰ ਹੁਣ ਅੱਜ ਕੱਲ੍ਹ ਜਿੱਦਾਂ ਜਿਹੜੀਆਂ ਸਿੱਖਿਆ ਸੰਸਥਾਵਾਂ ਨੇ ਉਹਨਾਂ ਵਿੱਚ ਹੈਰੀਟੇਜ ਫੈਸਟੀਵਲਸ ਵਗੈਰਾ ਹੋਣੇ ਸ਼ੁਰੂ ਹੋ ਗਏ ਤੇ ਇਹਨਾਂ ਜਿਹੜੇ ਬਾਕੀ ਲੋਕ ਨਾਚ ਸੀਗੇ ਉਹਨਾਂ ਉੱਤੇ ਖੋਜਾਂ ਹੋਣੀਆਂ ਵੀ ਸ਼ੁਰੂ ਹੋਈਆਂ ਕਿ ਵੀ ਕਿਹੜੇ ਸੀ, ਕਿੱਦਾਂ ਸੀ, ਕਿਉਂਕਿ ਜਿਹੜਾ ਭੰਗੜਾ ਹੈ ਉਹ ਆਪਣੇ ਆਪ ਦੇ ਵਿੱਚ ਹੀ ਕਈ ਲੋਕ ਨਾਚਾਂ ਦਾ ਸੁਮੇਲ ਹੈ ਤੇ ਜਿਹੜੇ ਉਹ ਲੋਕ ਨਾਚ ਸੀਗੇ ਉਹਨਾਂ ਵਿੱਚ ਲੁੱਡੀ, ਧਮਾਲ, ਝੂਮਰ, ਸੰਮੀ, ਇਹ ਜਿਹੜੇ ਡਾਂਸਿਸ ਸੀਗੇ ਇਹਨਾਂ ਉੱਤੇ ਵੀ ਫਿਰ ਕੰਮ ਕਰਨਾ ਸ਼ੁਰੂ ਕੀਤਾ। ਗਿੱਧਾ ਵੀ, ਮਲਵਈ ਗਿੱਧਾ, ਮਲਵਈ ਗਿੱਧਾ ਅਲੱਗ ਹੈ। ਉਹ ਗਿੱਧਾ ਜਿਹੜਾ ਹੈ ਉਹ ਔਰਤਾਂ ਦਾ ਨਾਚ ਹੈ, ਮਲਵਈ ਗਿੱਧਾ ਬਕਾਇਦਾ ਲੋਕ ਨਾਚਾਂ ਦੀ ਸ਼੍ਰੇਣੀ ਦੇ ਵਿੱਚ। ਹਾਂਜੀ, ਲੋਕ ਨਾਚਾਂ ਦੀ ਸ਼੍ਰੇਣੀ ਦੇ ਵਿੱਚ ਫਿਰ ਇਹ ਜਿਹੜੇ ਨੇ ਇਹ ਹੌਲੀ ਹੌਲੀ ਜੁੜਦੇ ਗਏ। ਅੱਜ ਨਾ ਤੁਹਾਡਾ ਲਾਹਾ ਲੈਣ ਦਾ ਮਨ ਕਰਦਾ ਪਿਆ ਵੀ ਤੁਸੀਂ ਬੜੀ ਮੁਸ਼ਕਿਲ ਕਾਬੂ ਆਉਂਦੇ ਹੋ। ਥੋੜ੍ਹਾ ਜਿਹਾ ਸਾਡਾ ਇਹ ਚਾਨਣਾ ਵੀ ਪਾ ਦਿਓ ਵੀ ਅਸੀਂ ਜਦੋਂ ਤੁਸੀਂ ਹੁਣ ਗੱਲ ਕੀਤੀ ਵੀ ਲੁੱਡੀ ਵੀ ਹੈ ਸਾਡੇ ਕੋਲ, ਮਲਵਈ ਗਿੱਧਾ ਵੀ ਹੈ, ਇੱਕ ਤਾਂ ਤੁਸੀਂ ਦੱਸ ਦਿੱਤਾ ਕਿ ਉਹ ਮਰਦਾਂ ਦਾ ਗਿੱਧਾ ਹੈ ਤੇ ਉਹ ਇਸ ਤਰੀਕੇ ਦੇ ਨਾਲ ਥੋੜ੍ਹਾ ਇਹਨਾਂ ਨਾਚਾਂ ਦੇ ਬਾਰੇ ਜੇ ਤੁਸੀਂ ਸਾਨੂੰ ਚਾਨਣਾ ਪਾ ਸਕੋ ਵੀ ਅੱਜ ਜਿਹੜੇ ਨਾਚ ਪ੍ਰਚਲਿਤ ਨੇ ਉਹ ਹੈ ਕੀ ਨੇ ਤੇ ਕਿੱਦਾਂ ਦੇ ਨੇ। ਜਿਹੜਾ ਲੁੱਡੀ ਹੈ, ਲੁੱਡੀ ਬੇਸਿਕਲੀ ਜੀ ਗ੍ਰੀਕ ਲਫ਼ਜ਼ ਹੈ ਖੇਡ, ਜਿਹੜਾ ਅਰਥ ਹੈ ਉਹ ਤੋਂ ਇਹ ਬਣਦਾ। ਔਰ ਪੰਜਾਬ ਦੇ ਤੁਸੀਂ ਇੱਕ ਬੜੀ ਰੌਚਕ ਗੱਲ ਹੈਗੀ, ਪੰਜਾਬ ਦੇ ਜਿਹੜੇ ਨਾਚ ਨੇ ਇਹ ਨੱਚੇ ਘੱਟ ਤੇ ਖੇਡੇ ਜ਼ਿਆਦਾ ਜਾਂਦੇ ਨੇ। ਅੱਛਾ ਜੀ। ਜੇਕਰ ਆਪਾਂ ਗੱਲ ਕਰਦੇ ਹਾਂ ਝੂਮਰ ਦੀ ਤੇ ਉਹਦੀ ਗੱਲ ਕਰਦੇ ਹਾਂ ਆਪਾਂ, ਸਾਡੇ ਸਾਹਮਣੇ ਨਾਮ ਆਉਂਦਾ ਆ ਬਾਬਾ ਪੋਖਰ ਜੀ ਦਾ, ਜਿਨ੍ਹਾਂ ਨੇ ਪਾਕਿਸਤਾਨ ਤੋਂ ਬਾਅਦ 'ਚ ਇੱਧਰ ਆ ਕੇ ਫਾਜ਼ਿਲਕਾ ਲਾਗੇ ਉਹਨਾਂ ਦੀ ਢਾਣੀ ਹੈ ਝੋਟਿਆਂ ਵਾਲੀ, ਜਿਹੜਾ ਉਹਨਾਂ ਦਾ ਪਿੰਡ ਸੀ ਰਾਜ ਸਿੱਖ ਬਰਾਦਰੀ ਤੋਂ। ਉਹਦੇ ਵਿੱਚ ਉਹਨਾਂ ਨੇ ਜਦੋਂ ਇਹਨੂੰ ਦੁਬਾਰਾ ਨੱਚਣਾ ਸ਼ੁਰੂ ਕੀਤਾ ਤੇ ਉਹ ਇਹਨੂੰ ਨੱਚਣਾ ਨਹੀਂ, ਇਹਨੂੰ ਘੱਤਣਾ ਜਾਂ ਖੇਡਣਾ ਕਹਿੰਦੇ ਸੀਗੇ। ਅੱਛਾ। ਹਾਂਜੀ, ਕਿਉਂਕਿ ਪੰਜਾਬ ਦੇ ਜਿਹੜੇ ਡਾਂਸਿਸ ਨੇ ਇਹਦੇ ਵਿੱਚ ਇਕੱਲੀ ਤੁਹਾਡੇ ਨਜ਼ਾਕਤ ਜਾਂ ਤੁਹਾਡਾ ਨਖਰਾ ਹੀ ਨਹੀਂ ਆਉਂਦਾ, ਤੁਹਾਡੇ ਜੁੱਸੇ ਦਾ ਪ੍ਰਦਰਸ਼ਨ ਵੀ ਹੈ। ਜੇ ਭੰਗੜੇ ਵਾਲਾ ਗੱਭਰੂ ਜਿਹੜਾ ਹੈ ਉਹ ਜਿੰਨ ਚਿਰ ਤੱਕ ਹਿੱਕ ਕੱਢ ਕੇ ਧੌਣ ਚੱਕ ਕੇ ਨਹੀਂ ਨੱਚਦਾ ਤੇ ਉਨੀ ਚਿਰ ਤੱਕ ਉਹ ਜਿਹੜਾ ਆ ਉਹਨੂੰ ਸਹੀ ਤਰੀਕੇ ਨਾਲ ਭੰਗੜਾ ਮੰਨਿਆ ਹੀ ਨਹੀਂ ਜਾਂਦਾ। ਇਸ ਲਈ ਇਹ ਜਿਹੜੀਆਂ ਚੀਜ਼ਾਂ ਨੇ ਇਹ ਨਾਲ ਚੱਲਦੀਆਂ ਨੇ। ਪੰਜਾਬ ਦੇ ਜਿਹੜੇ ਡਾਂਸਿਸ ਨੇ ਉਹ ਖੇਡੇ ਜਾਂਦੇ ਨੇ। ਸੋ ਇਹ ਇੱਕ ਝੂਮਰ ਦੀ ਤੁਸੀਂ ਗੱਲ ਕੀਤੀ ਹੈ ਜੀ। ਤੇ ਹੁਣ ਅਗਰ ਜੇ ਲੁੱਡੀ ਦੇ ਬਾਰੇ ਅਸੀਂ ਗੱਲ ਕਰੀਏ ਤਾਂ ਉਹ ਲੁੱਡੀ ਜਿਹੜਾ ਲੋਕ ਨਾਚ ਹੈ ਇਹ ਖੁਸ਼ੀ ਦੇ ਵਿੱਚ ਤੁਸੀਂ ਆਮ ਸੁਣਿਆ ਹੋਵੇਗਾ। ਮਤਲਬ ਕੋਈ ਵੀ ਪਾ ਸਕਦਾ, ਮਰਦਾਂ ਦਾ ਜਾਂ ਔਰਤਾਂ ਦਾ ਹੈ ਇਹ ਝੂਮਰ? ਜੋ ਮੈਂ ਆਪਣੇ ਉਸਤਾਦਾਂ ਤੋਂ, ਆਪਣੇ ਵੱਡਿਆਂ ਤੋਂ ਸਿੱਖਿਆ ਹੈ, ਸੁਣਿਆ ਹੈ, ਝੂਮਰ ਜਿਹੜਾ ਸਿਰਫ ਤੇ ਸਿਰਫ ਨਿਰੋਲ ਮਰਦਾਂ ਦਾ ਡਾਂਸ ਹੈ। ਇਹਦੇ ਵਿੱਚ ਜਦੋਂ ਇਹ ਸਟੇਜ ਉੱਤੇ ਆਉਣਾ ਸ਼ੁਰੂ ਹੋਇਆ ਔਰ ਸਟੇਜ ਉੱਤੇ ਆ ਕੇ ਇਹਦੇ ਵਿੱਚ ਕੁਛ ਨਾ ਕੁਛ ਇੰਪਰੋਵਾਈਜ਼ੇਸ਼ਨ ਜਦੋਂ ਸ਼ੁਰੂ ਹੁੰਦੀ ਹੈਗੀ ਹੈ ਤੇ ਉਹਦੇ ਵਿੱਚ ਫਿਰ ਜਿਹੜੇ ਸੀ ਕੋਈ ਬੋਲੀਆਂ ਦੇ ਹਿਸਾਬ ਦੇ ਨਾਲ ਜਿਹੜੇ ਆਮ ਔਰਤਾਂ ਦੇ ਦਿਨ ਚਰਿਆ ਸੀਗੀ ਕਿ ਰੰਗ ਚੋ ਕੇ ਪਰਾਤ ਵਿੱਚ ਪੈ ਗਿਆ, ਧੁੱਪੇ ਮੈਂ ਪਕਾਈਆਂ ਰੋਟੀਆਂ, ਠੀਕ ਹੈ ਜੀ, ਇਦਾਂ ਦੀਆਂ ਜਿਹੜੀਆਂ ਬੋਲੀਆਂ ਜਦੋਂ ਪਾਈਆਂ ਸ਼ੁਰੂ ਕੀਤੀਆਂ ਤੇ ਬਜ਼ੁਰਗ ਜਿਹੜੇ ਸੀਗੇ ਉਸ ਵੇਲੇ ਨੱਚਦੇ ਸੀਗੇ, ਉਹਨਾਂ ਨੇ ਫਿਰ ਉਹ ਇਨੈਕਟਮੈਂਟ ਜਿਹੜੀ ਆ ਉਹ ਕਰਨੀ ਸ਼ੁਰੂ ਕੀਤੀ ਉਹਦੇ ਉੱਤੇ ਤੇ ਲੋਕਾਂ ਨੇ ਉਹਨੂੰ ਬਹੁਤ ਐਪਰੀਸ਼ੀਏਟ ਵੀ ਕੀਤਾ। ਇਹ ਵੀ ਢੋਲ ਦੇ ਨਾਲ ਹੀ। ਬਿਲਕੁਲ ਜੀ। ਝੂਮਰ ਦੇ ਵਿੱਚ ਜੇ ਤੁਸੀਂ ਆਮ ਤੌਰ ਤੇ ਜੇ ਤੁਸੀਂ ਢੋਲ ਵੇਖਦੇ ਹੋ ਤੇ ਢੋਲ ਦਾ ਇੱਕ ਬੰਨੇ ਡਗਾ, ਦੂਜੇ ਬੰਨੇ ਤੀਲ ਹੁੰਦੀ ਹੈ, ਪਰ ਝੂਮਰ ਦੇ ਵਿੱਚ ਤੀਲ ਦੀ ਵਰਤੋਂ ਨਹੀਂ ਕੀਤੀ ਜਾਂਦੀ। ਤੀਲ ਦੀ ਥਾਂ ਤੇ ਇਕੱਲਾ ਹੱਥ ਵਰਤਿਆ ਜਾਂਦਾ, ਦੂਜੇ ਬੰਨੇ ਜਿਹੜਾ ਡਗਾ ਆ ਉਹ ਵਰਤਿਆ ਜਾਂਦਾ। ਇਹ ਜਾਣਕਾਰੀ ਸਾਨੂੰ ਕਿੱਥੋਂ ਮਿਲਣੀ ਸੀ ਨਾ, ਅਸੀਂ ਇਸੇ ਕਰਕੇ ਅੱਜ ਤੁਹਾਨੂੰ ਬੁਲਾਇਆ ਕਿ ਤੁਸੀਂ ਸਾਡੇ ਨਾਲ ਥੋੜੀ ਜਿਹੀ ਸਾਂਝ ਪਾਓ, ਸਾਡੇ ਦਰਸ਼ਕਾਂ ਦੇ ਵੀ ਗਿਆਨ ਦੇ ਵਿੱਚ ਤੁਸੀਂ ਇਜ਼ਾਫਾ ਕਰੋ। ਸੋ ਇਹ ਹੋਇਆ ਥੋੜਾ ਜਿਹਾ ਝੂਮਰ ਦੇ ਬਾਰੇ। ਝੂਮਰ ਦੀ ਕੋਈ ਹੋਰ ਖਾਸ ਗੱਲ ਜੇ ਤੁਸੀਂ ਦੱਸਣਾ ਚਾਹੋ ਤਾਂ? ਝੂਮਰ ਵਿੱਚ ਜਿਹੜਾ ਆ ਝੂਮਣਾ ਬਹੁਤ ਜ਼ਰੂਰੀ ਹੈ। ਜਿੰਨਾ ਤੁਸੀਂ ਮਸਤੀ ਦੇ ਵਿੱਚ ਨੱਚੋਗੇ ਓਨਾ ਜ਼ਿਆਦਾ ਹੀ ਜਿਹੜਾ ਲੋਕ ਅੱਗੇ ਜਿਹੜੇ ਬੈਠੇ ਤੁਹਾਨੂੰ ਵੇਖਦੇ ਪਏ ਨੇ ਉਹ ਜ਼ਿਆਦਾ ਸਵਾਦ ਲੈਣਗੇ। ਸਾਡੇ ਨਾਟਯ ਸ਼ਾਸਤਰ ਦੇ ਵਿੱਚ ਨਾ ਕਹਿੰਦੇ ਨੇ ਕਿ ਯਥੋ ਹਸਤਾ ਤਥੋ ਦ੍ਰਿਸ਼ਟੀ ਤਥੋ ਭਾਵਾ ਤਥੋ ਮਨਾ ਤਥੋ ਰਸਾ। ਇਹ ਰਸ ਦੀ ਜਿਹੜਾ ਸਿਧਾਂਤ ਹੈ ਕਿ ਰਸ ਦੀ ਨਿਸ਼ਪੱਤੀ ਜਿਹੜੀ ਹੈ ਉਹ ਤੁਹਾਡੇ ਦਰਸ਼ਕ ਦੇ ਮਨ 'ਚ ਹੋਣੀ ਚਾਹੀਦੀ ਹੈ। ਉਸ ਤੋਂ ਉਹ ਤਾਂ ਹੀ ਹੋ ਸਕਦੀ ਜੇ ਤੁਹਾਡੇ ਅੰਦਰ ਵੀ ਕਿਤੇ ਸਵਾਦ ਆਉਂਦਾ ਪਿਆ। ਬਿਲਕੁਲ ਸਹੀ ਕਿਹਾ। ਬਿਲਕੁਲ। ਸੋ ਉਹੀ ਗੱਲ ਤੁਸੀਂ ਕਹੀ। ਸੋ ਇਹ ਝੂਮਰ ਹੋਇਆ। ਝੂਮਰ ਤੋਂ ਬਾਅਦ ਅਸੀਂ ਲੁੱਡੀ ਦੀ ਜੇ ਗੱਲ ਕਰੀਏ ਤਾਂ ਲੁੱਡੀ ਜਿਹੜਾ ਹੈ ਇਹ ਖੁਸ਼ੀ ਦਾ ਨਾਚ ਹੈ। ਅੱਛਾ। ਇਹ ਜ਼ਿਆਦਾਤਰ ਇਹਦੇ ਬਾਰੇ ਜੋ ਆਪਾਂ ਸੁਣਦੇ ਹਾਂ, ਪੜ੍ਹਦੇ ਹਾਂ, ਉਹਦੇ ਵਿੱਚ ਆਪਾਂ ਨੂੰ ਜੋ ਮੈਂ ਆਪਣੇ ਵੱਡਿਆਂ ਤੋਂ ਸਿੱਖਿਆ। ਸਮਾਂ ਵੀ ਹੁੰਦਾ ਕੋਈ ਇਸ ਸਮੇਂ ਦੇ ਦੌਰਾਨ ਪਾਇਆ ਜਾਂਦਾ ਹੈ? ਹਾਂਜੀ। ਇਹ ਲੁੱਡੀ ਨਾਚ ਜਿਹੜਾ ਹੈ ਇਹ ਜਦੋਂ ਯੁੱਧ ਜਿੱਤ ਕੇ ਕੋਈ ਜਿਹੜੀਆਂ ਫੌਜਾਂ ਸੀ ਉਹ ਨੱਚਦੀਆਂ ਸੀ, ਜਾਂ ਫਿਰ ਇਹ ਸੀ ਕਿ ਜੇ ਕੋਈ ਫੌਜੀ ਆਪਣੇ ਗਿਆ ਹੋਇਆ ਹੈ ਕਿਸੇ ਮੁਹਿੰਮ ਤੇ ਉੱਥੋਂ ਵਾਪਸ ਆਪਣੇ ਘਰੇ ਆਉਂਦਾ ਸੀ ਤਾਂ ਉਹਦੇ ਖੁਸ਼ੀ ਵਿੱਚ ਜਿਹੜਾ ਲੁੱਡੀ ਜਿਹੜਾ ਲਫ਼ਜ਼ ਹੈ ਉਹ ਖੁਸ਼ੀ ਦੇ ਨਾਲ ਹੀ ਜੁੜਿਆ ਹੋਇਆ। ਔਰ ਇਹਦੇ ਵਿੱਚ ਪੈਰਾਂ ਦੀ ਖਾਸ ਮੂਵਮੈਂਟ ਔਰ ਮੋਢਿਆਂ ਦੀ ਮੂਵਮੈਂਟ ਜਿਹੜੀ ਹੈ ਉਹ ਬਹੁਤ ਲਾਜ਼ਮੀ ਹੈ। ਅੱਛਾ ਜੀ। ਸੋ ਇਹ ਹੈ ਲੁੱਡੀ ਜੀ। ਤੇ ਹੁਣ ਆਈਏ ਅਸੀਂ ਗਿੱਧੇ ਵਾਲੇ ਪਾਸੇ। ਆਮ ਤੌਰ 'ਤੇ ਅਸੀਂ ਔਰਤਾਂ ਨੂੰ ਦੇਖਦੇ ਹਾਂ, ਮਹਿਲਾਵਾਂ ਨੂੰ ਦੇਖਦੇ ਹਾਂ ਵੀ ਮੁਟਿਆਰਾਂ ਜਿਹੜੀਆਂ ਨੇ ਗਿੱਧਾ ਪਾਉਂਦੀਆਂ ਨੇ,
ਪਰ ਉਹ ਗਿੱਧੇ ਦੇ ਵੀ ਬਹੁਤ ਸਾਰੇ ਸਟੈਪ ਹੋਣਗੇ, ਉਹਦੇ ਵਿੱਚ ਤਾਂ ਅਸੀਂ ਚਲੋ ਬਹੁਤਾ ਨਹੀਂ ਜਾਵਾਂਗੇ, ਪਰ ਗਿੱਧਾ ਅਸੀਂ ਕਿਵੇਂ ਦੇਖਦੇ ਹਾਂ? ਗਿੱਧਾ ਅਸੀਂ ਬੇਸਿਕਲੀ ਜੀ ਲਿਰਿਕਸ ਬੇਸਡ ਡਾਂਸ ਹੈਗਾ ਕਿ ਜੋ ਤੁਸੀਂ ਗਾਉਂਦੇ ਜੇ ਉਹਦੇ ਨਾਲ ਸੰਬੰਧਿਤ ਜਿਹੜੇ ਨੇ ਉਹ ਤੁਸੀਂ ਐਕਸ਼ਨ ਦ੍ਰਿਸ਼ ਬਣਾਉਣੇ ਨੇ। ਬਿਲਕੁਲ ਹਾਂ, ਪਰ ਇਹ ਹੈ ਕਿ ਇਹਦੀਆਂ ਕੁਝ ਸਪੈਸੀਫਿਕ ਕਹਿ ਲਓ ਤੁਸੀਂ ਕਿ ਟਾਈਮਸ ਨੇ ਕਿ ਕਿਹੜੇ ਟਾਈਮ ਤੇ ਗਿੱਧਾ ਪੈਂਦਾ ਸੀ ਜੀ। ਜੰਝ ਚੜ੍ਹ ਕੇ ਗਿੱਧਾ ਪੈਂਦਾ ਸੀ, ਲੋਹੜੀ ਵੇਲੇ ਗਿੱਧਾ ਪੈਂਦਾ ਸੀ, ਤੀਆਂ ਵੇਲੇ ਵੀ ਹੋ ਸਕਦਾ। ਹਾਂਜੀ, ਤੀਆਂ ਵੇਲੇ ਜਿਹੜੇ ਹੈ ਉਹ, ਤ੍ਰਿੰਜਣ ਵੇਲੇ, ਜਾਗੋ ਵੇਲੇ, ਇਹ ਇਸ ਤਰੀਕੇ ਨਾਲ ਗਿੱਧੇ ਦੇ ਜਿਹੜੇ ਨੇ ਉਹ ਅਲੱਗ-ਅਲੱਗ ਸਮੇਂ ਨੇ ਕਿ ਇਸ ਸਮੇਂ ਤੇ ਆਪਾਂ ਤਾਂ ਕਿ ਤੁਸੀਂ ਅੱਜ ਵੀ ਜੇਕਰ ਤੁਸੀਂ ਯੂਥ ਫੈਸਟੀਵਲਸ ਵਿੱਚ ਵੀ ਜਾ ਕੇ ਵੇਖਦੇ ਹੋ ਤੇ ਤੁਹਾਨੂੰ ਸਭ ਤੋਂ ਪਹਿਲਾਂ ਜਦੋਂ ਸਟੇਜ ਪਰਦਾ ਖੁੱਲ੍ਹਦਾ ਤੇ ਪਰਦੇ ਦੇ ਉੱਤੇ ਸਭ ਤੋਂ ਪਹਿਲਾਂ ਇਹੀ ਦਿਖਾਇਆ ਜਾਂਦਾ ਕਿ ਇਹ ਗਿੱਧਾ ਕਿਹੜੀ ਚੀਜ਼ ਦਾ ਹੈ, ਕਿ ਤ੍ਰਿੰਜਣ ਦਾ ਹੈ, ਨਾਨਕਾ ਦਾਤਕਾ ਮੇਲ ਹੈ ਜਾਂ ਜਾਗੋ ਦਾ ਹੈ। ਉਹ ਚੀਜ਼ਾਂ ਜਿਹੜੀਆਂ ਨੇ ਉਹ ਉਸ ਵੇਲੇ ਵਿਖਾਈਆਂ ਜਾਂਦੀਆਂ। ਵਾਹ, ਇਹ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਦਰਸ਼ਕ, ਸਾਨੂੰ ਨਾ ਸਿਰਫ ਗਿੱਧੇ ਦੇ ਬਾਰੇ ਦੱਸ ਰਹੇ ਨੇ ਬਲਕਿ ਸਾਨੂੰ ਇਹ ਵੀ ਦੱਸ ਰਹੇ ਨੇ ਕਿ ਉਹਨੂੰ ਦੇਖਣਾ ਕਿਸ ਤਰੀਕੇ ਦੇ ਨਾਲ ਹੈ। ਇਹ ਬਹੁਤ ਕਮਾਲ ਦੀ ਗੱਲ ਹੈ ਜੀ। ਸੋ ਗਿੱਧੇ ਤੇ ਤੁਸੀਂ ਬੜੀ ਸੋਹਣੀ ਜਾਣਕਾਰੀ ਦੇ ਰਹੇ ਹੋ। ਇਹਦੇ 'ਚ ਢੋਲਕ ਹੁੰਦੀ ਹੈ? ਬਿਲਕੁਲ ਜੀ, ਬਿਲਕੁਲ। ਇਹ ਜਿਹੜਾ ਗਿੱਧਾ ਹੈ ਇਹ ਢੋਲਕੀ ਦੇ ਨਾਲ ਹੀ ਪੈਂਦਾ ਹੈ ਜੀ। ਤੇ ਜਿਹੜਾ ਬਾਕੀ ਭੰਗੜਾ ਹੈ ਜਿਹੜਾ ਉਹਦੇ ਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਦਾ ਸਭ ਤੋਂ ਵਧੀਆ ਜਿਹੜਾ ਇੱਕ ਅੱਜ ਕੱਲ੍ਹ ਅਸੀਂ ਸੰਮੀ ਵੀ ਸੁਣਦੇ ਹਾਂ। ਸੰਮੀ ਵੀ ਸਾਡਾ ਲੋਕ ਸੰਮੀ ਅਸਲ 'ਚ ਇੱਕ ਲੋਕ ਗਾਥਾ ਨਾਲ ਸੰਬੰਧਿਤ ਹੈ ਜੀ। ਅੱਛਾ ਜੀ। ਜਿਹਦੇ ਬਾਰੇ ਆਪਾਂ ਦੋ ਤਰ੍ਹਾਂ ਦੀਆਂ ਇਹਦੇ ਬਾਰੇ ਜਿਹੜੀਆਂ ਕਹਾਣੀਆਂ ਪ੍ਰਚਲਿਤ ਨੇ। ਇੱਕ ਤੇ ਇਹ ਹੈ ਕਿ ਦੋ ਅਪਸਰਾਵਾਂ ਸੀ ਜਿਹੜੀਆਂ ਉਹ ਜ਼ਮੀਨ ਦੇ ਉੱਤੇ ਕਿਸੇ ਪਿੰਡ ਦੇ ਵਿੱਚ ਟੋਭੇ ਦੇ ਉੱਤੇ ਨਹਾਉਣ ਆਈਆਂ ਤੇ ਇੱਕ ਪਿੰਡ ਦੀਆਂ ਦੋ ਕੁੜੀਆਂ ਨੇ ਗਿੱਧੋ ਤੇ ਸੰਮੀ, ਇਹਨਾਂ ਨੇ ਉਹਦੇ ਕੱਪੜੇ ਲੁਕੋ ਲਏ ਔਰ ਉਹਨਾਂ ਨੂੰ ਜਦੋਂ ਉਹਨਾਂ ਨੇ ਆਪਣੇ ਕੱਪੜੇ ਮੰਗੇ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਅਪਸਰਾਵਾਂ ਨੂੰ, ਕਿਉਂਕਿ ਜਿਵੇਂ ਆਪਾਂ ਆਪਣੇ ਮਿਥਿਹਾਸ ਦੇ ਵਿੱਚ ਪੜ੍ਹਦੇ ਹਾਂ ਕਿ ਉਹ ਇੰਦਰ ਦੇ ਜਿਹੜਾ ਸੀਗਾ ਦਰਬਾਰ ਸੀ ਉਹਦੇ ਵਿੱਚ ਨੱਚਦੀਆਂ ਹੁੰਦੀਆਂ ਸੀ ਕਿ ਸਾਨੂੰ ਇਹ ਨੱਚਣਾ ਸਿਖਾ। ਫਿਰ ਜਿਹੜੀਆਂ ਉਹਨਾਂ ਕੁੜੀਆਂ ਨੂੰ ਨੱਚਣਾ ਸਿਖਾਇਆ ਤੇ ਪੰਜਾਬ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਵਿੱਚ ਜਿਹੜਾ ਸੀ ਇਹ ਚੀਜ਼ ਜਿਹੜੀ ਹੈ ਤੁਰ ਕੇ ਅੱਗੇ ਆਈ। ਔਰ ਦੂਜੀ ਜਿਹੜੀ ਸੰਮੀ ਦੀ ਕਹਾਣੀ ਚੱਲਦੀ ਹੈ ਇਹ ਚੱਲਦੀ ਹੈ ਕਿ ਢੋਲ ਤੇ ਸੰਮੀ ਇਹਨਾਂ ਦਾ ਨਿੱਕੇ ਹੁੰਦਿਆਂ ਵਿਆਹ ਹੋ ਜਾਂਦਾ, ਜਿਵੇਂ ਪਹਿਲਾਂ ਛੋਟੀ ਉਮਰੇ ਹੋ ਜਾਂਦਾ ਸੀ, ਪਰ ਦੋਵੇਂ ਦੂਜੇ ਤੋਂ ਵਿਛੜ ਜਾਂਦੇ ਨੇ ਔਰ ਸੰਮੀ ਫਿਰ ਆਪਣੇ ਢੋਲ ਦੇ ਵਿਯੋਗ ਦੇ ਵਿੱਚ ਜਿਹੜੀ ਹੈ ਉਹ ਨੱਚਦੀ ਹੈ, ਪਾਣੀ ਲੈਣ ਜਾਂਦੀ ਜਦੋਂ ਆਪਣੀ ਸਹੇਲੀਆਂ ਦੇ ਨਾਲ, ਤੇ ਇਹ ਉੱਥੇ ਫਿਰ ਨਾਲ ਗਾਉਂਦੀ ਹੈ ਔਰ ਉਹਦੇ ਵਿਯੋਗ 'ਚ ਨੱਚਦੀ ਹੈ। ਇਹ ਦੋ ਜਿਹੜੀਆਂ ਧਾਰਨਾਵਾਂ ਨੇ ਇਹ ਸੰਮੀ ਦੇ ਨਾਲ ਚੱਲਦੀਆਂ ਨੇ। ਇਹ ਵੀ ਢੋਲ ਦੇ ਨਾਲ ਚੱਲਦਾ ਹੈ? ਹਾਂਜੀ ਜੀ, ਢੋਲ ਦੇ ਨਾਲ ਹੀ ਇਹਨੂੰ ਸੰਮੀ ਨੂੰ, ਇਹਦੇ ਵਿੱਚ ਚੁਟਕੀਆਂ ਦੀ ਤਾੜੀਆਂ ਦਾ ਬੜਾ ਮਹੱਤਵ ਹੈ। ਹਾਂਜੀ ਹਾਂਜੀ ਬਿਲਕੁਲ। ਹਾਂ ਠੀਕ। ਇਹ ਔਰਤਾਂ ਦਾ ਜੀ, ਸੰਮੀ ਔਰਤਾਂ ਦਾ ਡਾਂਸ ਹੈ। ਹਾਂ, ਇਹਨੂੰ ਥੋੜ੍ਹੇ ਜਿਹੇ ਇਹਦੇ ਇੱਕ ਦੋ ਸਟੈਪ ਜਿਹੜੇ ਨੇ ਉਹ ਭੰਗੜੇ ਵਿੱਚ ਇਸ ਲਈ ਰੱਖੇ ਗਏ ਤਾਂ ਕਿ ਜਿਹੜਾ ਜਿਵੇਂ ਕਹਿ ਸਕਦੇ ਹੋ ਆਪਾਂ ਕਿ ਉਹਨੂੰ ਅੱਗੇ ਤੋਰਨ ਵਾਸਤੇ ਜਿਉਂਦਾ ਰਵੇ ਉਹ ਜੀ। ਇੱਕ ਹੋਰ ਨਾਚ ਹੈ ਸ਼ਾਇਦ ਢੋਲਾ, ਜਿਹਨੂੰ ਕਹਿ ਦਿੰਦੇ ਢੋਲਾ ਜਿਹੜਾ ਆ ਉਹ ਨਾਚ ਨਹੀਂ, ਉਹ ਗਾਣੇ ਦੇ ਨਾਲ ਦੀ ਉਹਦੇ ਇਨੈਕਟਮੈਂਟ ਹੀ ਹੋਈ ਹੈ ਜੀ। ਜਿਵੇਂ ਢੋਲਾ ਬਟੋਲਾ ਹਾਏ ਢੋਲਾ ਆ ਜਦੋਂ ਜਿਵੇਂ ਗਾਣਾ ਸੀਗਾ ਉਹ। ਹਾਂਜੀ, ਉਹਦਾ ਤੁਹਾਨੂੰ ਕੋਈ ਆਪਣਾ ਜਿਹੜਾ ਆ ਉਹ ਇਤਿਹਾਸ ਨਹੀਂ ਉਹਦਾ, ਜੋ ਮੈਨੂੰ ਆਪਣੇ ਉਸਤਾਦਾਂ ਤੋਂ ਪਤਾ ਲੱਗਾ ਕਿ ਉਹਦਾ ਕੋਈ ਇਹਦਾ ਇਤਿਹਾਸ ਨਹੀਂ। ਉਹ ਸਿਰਫ ਕਿ ਜਿਵੇਂ ਜਿੰਦੂਆ ਆ ਉਹ ਉਹਨੂੰ ਵੇਖ ਕੇ ਕਿ ਹਾਂ ਵੀ ਕਿਤੇ ਆਪਾਂ ਸਟੇਜ ਤੇ ਉੱਤੇ ਕਿਤੇ ਸਟੇਜੀਕਰਨ ਜਿਵੇਂ ਹੋਇਆ ਜਦੋਂ ਤੇ ਫੋਰਨ ਕੰਟਰੀਜ਼ ਦੇ ਵਿੱਚ ਆਪਣੇ ਜਿਹੜੇ ਨੇ ਗਰੁੱਪਸ ਜਾਂਦੇ ਹੁੰਦੇ ਸੀ, ਉਹਦੇ ਵਿੱਚ ਉਹਨਾਂ ਨੂੰ ਟਾਈਮ ਸਲੋਟ ਦੇਤਾ ਕਿ ਪੰਜਾਬ ਦੀ ਟੀਮ ਆ ਜਿਹੜੀ ਆ ਉਹ ਅੱਧਾ ਘੰਟਾ ਵਾਸਤੇ ਪਰਫਾਰਮ ਕਰੇਗੀ। ਹੁਣ ਅੱਧਾ ਘੰਟਾ ਭੰਗੜਾ ਪਾਉਣਾ ਤੇ ਮਾਮੂਲੀ ਗੱਲ ਨਹੀਂ, ਗਿੱਧਾ ਵੀ ਜ਼ੋਰ ਮੰਗਦਾ। ਠੀਕ ਹੈ ਜੀ। ਫਿਰ ਉਸ ਜਿਹੜਾ ਅੱਧਾ ਘੰਟਾ ਪੂਰਾ ਕਰਨ ਵਾਸਤੇ ਜਿਹੜਾ ਸੀ ਉਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਚੱਲੀਆਂ। ਉਹ ਭੰਗੜੇ ਦੇ ਵਿੱਚ ਜਿਵੇਂ ਤੁਹਾਡੇ ਇੰਡੀਵਿਜੂਅਲ ਐਕਸ਼ਨਸ ਨੇ ਉਹ ਦਿਖਾਉਣੇ ਸ਼ੁਰੂ ਕੀਤੇ ਉਹਨਾਂ ਨੇ, ਜਿੰਦੂਆ ਜਿਹੜਾ ਸੀ ਉਹ ਕਰਨਾ ਸ਼ੁਰੂ ਕੀਤਾ, ਮਲਕੀ ਕੀਮਾ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਸੀਗੀਆਂ ਉਹ ਹੌਲੀ ਹੌਲੀ ਫਿਰ ਤਾਂ ਕਿ ਜਿਹੜਾ ਆਪਾਂ ਉਹ ਟਾਈਮ ਪੂਰਾ ਹੈ ਆਡੀਅנס ਨੂੰ ਬੰਨ੍ਹ ਕੇ ਆਪਾਂ ਸਟੇਜ ਦੇ ਉੱਤੇ ਵੇਖਣ ਵਾਸਤੇ ਮਜਬੂਰ ਰੱਖੀਏ ਜੀ। ਤੇ ਇਸ ਤੋਂ ਬਾਅਦ ਆਉਂਦੇ ਹਾਂ ਆਪਾਂ ਮਲਵਈ ਗਿੱਧੇ ਦੇ ਉੱਤੇ। ਜੀ ਜੀ ਜੀ, ਉਹਦੇ ਬਾਰੇ ਵੀ ਥੋੜ੍ਹਾ। ਮਲਵਈ ਗਿੱਧੇ ਬਾਰੇ ਜੋ ਮੇਰੇ ਬੜੇ ਸਤਿਕਾਰਯੋਗ ਬਾਈ ਮੇਜਰ ਚੱਠਾ ਜੀ ਜਿਹੜੇ ਕਿ ਮਲਵਈ ਗਿੱਧੇ ਦੇ ਬੜੇ ਨਾਮੀ ਅੰਤਰਰਾਸ਼ਟਰੀ ਪੱਧਰ ਦੇ ਕਲਾਕਾਰ ਨੇ, ਉਹਨਾਂ ਤੋਂ ਜੋ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਇਹ ਜਿਹੜਾ ਗਿੱਧਾ ਹੈ ਬਾਬਿਆਂ ਦਾ ਗਿੱਧਾ, ਕਿ ਜੋ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਬਰਾਤਾਂ ਜਾਂਦੀਆਂ ਸੀ ਇੱਕ ਦੂਜੇ ਤੋਂ ਥੋੜ੍ਹੇ ਦੂਰ ਜਾਂਦੀਆਂ ਸੀ, 2-2 ਦਿਨ ਰਹਿਣਾ ਪੈਂਦਾ ਸੀ, ਉੱਥੇ ਮਨੋਰੰਜਨ ਵਾਸਤੇ ਇਹ ਜਿਹੜਾ ਸੀ ਇਹ ਨੱਚਿਆ ਜਾਂਦਾ ਸੀ। ਔਰ ਇਹਦੇ ਵਿੱਚ ਜਿਹੜੇ ਨੇ ਖਾਸ ਤਰੀਕੇ ਢੋਲਕੀ ਦੇ ਉੱਤੇ ਢੋਲਕੀ ਹੋ ਗਈ, ਸੱਪ ਜਿਹਨੂੰ ਗਿੱਟਦਾ ਵੀ ਕਹਿੰਦੇ ਨੇ, ਛਿੱਕੇ ਵੀ ਕਹਿੰਦੇ ਨੇ, ਕਾਟੋ, ਇਹ ਚਿਮਟੇ, ਇਹ ਜਿਹੜੀਆਂ ਚੀਜ਼ਾਂ ਸੀ ਇਹ ਵਰਤੀਆਂ ਜਾਂਦੀਆਂ ਸੀਗੀਆਂ। ਤਾਂ ਇਸ ਤਰੀਕੇ ਦੇ ਨਾਲ ਇਹ ਮਤਲਬ ਵੱਡਿਆਂ ਦਾ ਹੋ ਗਿਆ ਵੀ ਥੋੜ੍ਹੇ ਜਿਹੇ। ਇਹਨੂੰ ਮੇਲ ਡਾਂਸ ਹੈ ਬੇਸਿਕਲੀ, ਇਹਨੂੰ ਮਲਵਈ ਗਿੱਧੇ ਨੂੰ ਆਪਾਂ ਜਿਹੜਾ ਮੰਨਦੇ ਹਾਂ। ਸੋ ਲਗਭਗ ਅਸੀਂ ਲੋਕ ਨਾਚਾਂ ਦੇ ਵੱਖ-ਵੱਖ ਵੰਨਗੀਆਂ ਦੇ ਬਾਰੇ ਥੋੜ੍ਹਾ ਅਸੀਂ ਤੁਹਾਡੇ ਤੋਂ ਜਾਣਿਆ ਔਰ ਬੜੀ ਅਹਿਮ ਜਾਣਕਾਰੀ ਤੁਸੀਂ ਦਿੱਤੀ ਜਿਹੜੀ ਸ਼ਾਇਦ ਸਾਡੇ ਦਰਸ਼ਕਾਂ ਤੱਕ ਇਸ ਤਰੀਕੇ ਦੇ ਨਾਲ ਨਹੀਂ ਸੀ। ਹੁਣ ਅਸੀਂ ਆਉਂਦੇ ਹਾਂ ਕਿ ਸਾਡਾ ਉਹ ਨਾਚ ਜਿਹਦੇ ਤੁਸੀਂ ਮਹਾਰਥੀ ਰਹੇ ਹੋ, ਭੰਗੜਾ। ਭੰਗੜਾ ਪਾਉਣ ਵਾਲੇ ਨੂੰ ਭੰਗੜਚੀ ਵੀ ਕਹਿੰਦੇ ਨੇ ਜਾਂ ਨਹੀਂ ਕਹਿੰਦੇ?
ਇਸ ਲਫ਼ਜ਼ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੇਖੋ ਭੰਗੜ 'ਚ ਹੀ ਹੁਣ ਘਰ ਵਿੱਚ ਆਪਾਂ ਕਿਸੇ ਨੂੰ ਵੀ ਸੋਨੂ, ਕਾਕੂ, ਨਿੱਕੂ ਜੋ ਮਰਜ਼ੀ ਕਹਿ ਕੇ ਬੁਲਾ ਲਈਏ, ਪਰ ਜਦੋਂ ਆਪਾਂ ਸਮਾਜ ਦੇ ਵਿੱਚ ਜੇ ਉਹਦੇ ਨਾਲ ਉਹਨੂੰ ਬੁਲਾਉਂਦੇ ਆ ਤੇ ਆਪਾਂ ਉਹਦਾ ਪੂਰਾ ਨਾਂ ਲੈ ਕੇ ਬੁਲਾਉਂਦੇ ਆ ਤਾਂ ਕਿ ਉਹਨੂੰ ਜਿਹੜੀ ਉਹਦੀ ਇੱਜ਼ਤ ਹੈ ਉਹ ਬਰਕਰਾਰ ਰਹੇ। ਮੇਰੇ ਹਿਸਾਬ ਨਾਲ ਭੰਗੜ 'ਚ ਹੀ ਕਹਿਣਾ, ਸਾਡੇ ਭੰਗੜਾ ਪਰਿਵਾਰ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਭਾਵੇਂ ਜੋ ਮਰਜ਼ੀ ਕਹਿੰਦੇ ਰਹੀਏ, ਪਰ ਜੇਕਰ ਅਸੀਂ ਬਾਹਰ ਜੇ ਸਮਾਜ ਦੇ ਵਿੱਚ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਪੱਧਰ ਤੇ ਰਾਸ਼ਟਰੀ ਪੱਧਰ ਤੇ ਕਿਤੇ ਵੀ, ਤੇ ਹਮੇਸ਼ਾ ਅਦਬ ਦੇ ਨਾਲ ਮੈਂ ਆਪਣੇ ਤੋਂ ਵੱਡਿਆਂ ਨੂੰ ਵੀ ਭੰਗੜਾ ਕਲਾਕਾਰ ਜਾਂ ਆਪਣੇ ਸੀਨੀਅਰ ਜਿਹੜੇ ਨੇ ਉਹ ਕਹਾਂਗਾ, ਔਰ ਮੈਂ ਇਹੀ ਚਾਹਾਂਗਾ ਕਿ ਜਿਹੜੇ ਸਾਡੇ ਛੋਟੇ ਨੇ ਉਹ ਵੀ ਭੰਗੜਾ ਕਲਾਕਾਰ ਨੇ, ਭੰਗੜ 'ਚ ਹੀ ਨਹੀਂ। ਭੰਗੜ 'ਚ ਹੀ ਜੀ, ਬਿਲਕੁਲ ਤੁਸੀਂ ਸਹੀ ਉਹਦਾ ਅਸੀਂ ਆਪਸ 'ਚ ਜਦੋਂ ਪ੍ਰੈਕਟਿਸ ਟਾਈਮ ਹੈ ਜਾਂ ਕੁਝ ਵੀ ਅਸੀਂ ਗੱਲ ਕਰਦੇ ਪਏ ਗਏ ਆ ਅਨਫਾਰਮਲ ਤਰੀਕੇ ਨਾਲ, ਫਿਰ ਤੇ ਆਪਾਂ ਕਹਿ ਸਕਦੇ ਹਾਂ ਵੀ ਭੰਗੜ 'ਚ ਇਦਾਂ ਦਾ ਹੋਣਾ ਚਾਹੀਦਾ, ਪਰ ਨਹੀਂ ਕਹਿਣਾ ਚਾਹੀਦਾ ਜਦੋਂ ਲਫ਼ਜ਼ ਜਿਹੜਾ ਸਤਿਕਾਰਿਤ ਨਹੀਂ ਹੈ ਤਾਂ ਆਪਾਂ ਕਿਉਂ ਵਰਤੀਏ? ਬਿਲਕੁਲ, ਭੰਗੜਾ ਕਲਾਕਾਰ ਜਿਹੜਾ ਜ਼ਰੂਰੀ ਹੈ। ਕਈ ਜਗ੍ਹਾ ਵਰਤਿਆ ਗਿਆ, ਸੁਣਿਆ ਗਿਆ, ਇਸ ਕਰਕੇ ਤੁਹਾਡੇ ਤੋਂ ਬਿਹਤਰ ਕੌਣ ਦੱਸ ਸਕਦਾ ਸੀ, ਅਸੀਂ ਉੱਥੋਂ ਸ਼ੁਰੂ ਕੀਤਾ। ਹੁਣ ਅਸੀਂ ਆਨੇ ਵੀ ਜਦੋਂ ਭੰਗੜੇ ਦੀ ਅਸੀਂ ਗੱਲ ਕਰਦੇ ਹਾਂ ਤੇ ਭੰਗੜਾ ਤਾਂ ਸਾਡਾ ਆਪਣਾ ਨਾਚ ਹੈ, ਸਾਨੂੰ ਝੂਮਣ ਲਈ ਮਜਬੂਰ ਕਰ ਦਿੰਦਾ ਹੈ। ਮਤਲਬ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ, ਉਹ ਹਿਸਾਬ ਹੋ ਜਾਂਦਾ ਵੀ ਸਾਡੇ ਪੈਰ ਵੀ ਥਿਰਕਣ ਲੱਗ ਪੈਂਦੇ। ਨਾ ਸਿਰਫ ਸਾਡੇ ਬਲਕਿ ਵਿਦੇਸ਼ਾਂ ਤੋਂ ਅਗਰ ਅੰਗਰੇਜ਼ ਵੀ ਆ ਕੇ ਜਾਂ ਵਿਦੇਸ਼ੀ ਵੀ ਆ ਕੇ ਦੇਖਦੇ ਨੇ ਤਾਂ ਉਹ ਵੀ ਇਹਦੇ 'ਚ ਨੱਚੇ ਬਿਨਾਂ, ਝੂਮੇ ਬਿਨਾਂ ਨਹੀਂ ਹੀ ਰਹਿ ਸਕਦੇ। ਬਿਲਕੁਲ। ਇਹਦੇ ਬਾਰੇ ਥੋੜ੍ਹਾ ਜਿਹਾ ਇਹਦੇ ਇਤਿਹਾਸ ਤੋਂ ਸ਼ੁਰੂ ਕਰੀਏ ਆਪਾਂ ਵੀ ਕਿੱਥੋਂ ਇਹ ਸ਼ੁਰੂ ਹੁੰਦਾ ਹੈ ਤੇ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਜਿੱਦਾਂ ਮੈਨੂੰ ਮੇਰੇ ਉਸਤਾਦ ਜੀ ਨੇ ਦੱਸਿਆ ਕਿ ਭੰਗੜਾ ਜਿਹੜਾ ਆ ਅਸਲ ਦੇ ਵਿੱਚ ਸਿਰਫ ਪੰਜਾਬ ਦਾ ਨਾਚ ਨਹੀਂ ਹੈ ਜੀ, ਸਾਰੀ ਦੁਨੀਆ ਦਾ ਨਾਚ ਹੈ। ਕਿਉਂਕਿ ਜਦੋਂ ਕਿਤੇ ਵੀ ਕੋਈ ਬੱਚਾ ਜਿਹੜਾ ਆ ਉਹ ਖੁਸ਼ ਹੁੰਦਾ ਹੈ, ਕਿਲਕਾਰੀ ਮਾਰਦਾ, ਜਾਂ ਕਿਤੇ ਵੀ ਆਪਾਂ ਅੱਜ ਕੱਲ੍ਹ ਜਿਵੇਂ ਮੈਚ ਵੇਖਦੇ ਪਏ ਹਾਂ, ਕੋਈ ਜਿੱਤਦਾ ਆ ਜਾਂ ਕੋਈ ਜਿਸ ਨੂੰ ਕੋਈ ਕਿਸੇ ਦਾ ਕੋਈ ਫੇਵਰਟ ਪਲੇਅਰ ਕੋਈ ਸਕੋਰ ਵਧੀਆ ਕਰਦਾ ਤੇ ਹਰ ਕੋਈ ਬਾਹਾਂ ਉਲਾਰਦਾ ਹੀ ਹੈ। ਕੋਈ ਇਹ ਨਹੀਂ ਕਿ ਬਾਹਾਂ ਉਲਰਦੀਆਂ ਤੇ ਉਹ ਇੱਦਾਂ ਬਾਹਾਂ ਲੈ ਕੇ ਨਹੀਂ ਬਹਿੰਦਾ ਕਿ ਕਿਆ ਬਾਤ ਹੈ ਵਿਰਾਟ ਕੋਹਲੀ ਨੇ ਬਹੁਤ ਵਧੀਆ ਛੱਕਾ ਮਾਰਿਆ, ਇੱਦਾਂ ਕੋਈ ਨਹੀਂ ਕਰਦਾ, ਹਰ ਕੋਈ ਉਤਾਂਹ ਨੂੰ ਕਰਦਾ ਜਾਂ ਕਲੈਪ ਕਰਦਾ। ਇਹ ਜਿਹੜੀਆਂ ਚੀਜ਼ਾਂ ਨੇ, ਇਸ ਕਰਕੇ ਉਹ ਕਹਿੰਦੇ ਸੀ ਕਿ ਜਿਹੜਾ ਇਹ ਨਾਚ ਹੈ ਇਹ ਸਾਰੇ ਦੁਨੀਆ ਦਾ ਨਾਚ ਹੈ। ਤੇ ਇਹਦੇ ਬਾਰੇ ਜੋ ਆਪਾਂ ਪਿੱਛੋਂ ਉਹਨਾਂ ਕੋਲ ਸੁਣਦੇ ਆਉਂਦੇ ਆ ਕਿ ਇਹ ਜਦੋਂ ਕਿਤੇ ਪਹਿਲੀ ਵਾਰੀ ਕਿਸੇ ਨੇ ਸ਼ਿਕਾਰ ਕਰਨ ਲੱਗਿਆ ਆਪਣਾ ਕੋਈ ਸ਼ਿਕਾਰ ਕੀਤਾ ਔਰ ਖੁਸ਼ੀ 'ਚ ਨੱਚਿਆ, ਜਦੋਂ ਕਿਤੇ ਵੀ ਕੋਈ ਵੱਡਾ ਸ਼ਿਕਾਰ ਮਾਰਿਆ ਜਾਂਦਾ ਸੀ, ਆਪਾਂ ਜੇ ਪੜ੍ਹਦੇ ਹੀ ਨਹੀਂ ਆ, ਤੇ ਵਿਚਕਾਰ ਇੱਕ ਅੱਗ ਬਾਲ ਕੇ ਉਹਦੇ ਦੁਆਲੇ ਸਰਕਲ ਦੇ ਵਿੱਚ ਉਹ ਨੱਚਿਆ ਜਾਂਦਾ ਸੀ। ਤੇ ਉਹ ਜਿਹੜਾ ਸਰਕਲ ਆ ਉਹ ਹੌਲੀ ਹੌਲੀ ਇੱਕ ਰਿਦਮ ਦੇ ਵਿੱਚ ਆ ਕੇ, ਕਿਉਂਕਿ ਰਿਦਮ ਹਰ ਸਾਡੇ ਸਾਰਿਆਂ ਦੇ ਵਿੱਚ ਹੈ, ਮਾਲਕ ਨੇ ਸਾਡੇ ਵਿੱਚ ਪਾ ਕੇ ਭੇਜੀ ਹੋਈ ਹੈ, ਤੇ ਉਹ ਉਹਦੇ ਉੱਤੇ ਜਦੋਂ ਨੱਚਦੇ ਰਹੇ, ਪੈਰ ਦੀ ਪਹਿਲਾਂ ਧਮਕ ਆਉਂਦੀ ਰਹੀ, ਪੈਰ ਦੀ ਧਮਕ ਤੋਂ ਹੌਲੀ ਹੌਲੀ ਜਿਹੜਾ ਹੈ ਢੋਲ ਜਿਹੜਾ ਹੈ ਉਹ ਸਾਡੇ ਡਾਂਸ ਦੇ ਨਾਲ ਜੁੜ ਗਿਆ। ਕਿਉਂਕਿ ਢੋਲ ਦੇ ਬਾਰੇ ਵੀ ਦੋ ਵੱਖਰੀਆਂ ਰਾਇਆਂ ਨੇ ਕਿ ਇੱਕ ਤੇ ਇਹ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਭਗਵਾਨ ਸ਼ਿਵ ਨੇ ਉਹਨਾਂ ਦੇ ਡਮਰੂ ਦਾ ਜਿਹੜਾ ਆ ਉਹ ਰੂਪ ਹੈ, ਔਰ ਦੂਜੇ ਪਾਸੇ ਇਹਨੂੰ ਜਦੋਂ ਮੁਗਲ ਧਾੜਵੀ ਆਉਂਦੇ ਨੇ ਸਾਡੇ ਜੀ, ਮੇਰਾ ਦਿਲ ਤਾਂ ਨਹੀਂ ਕਰ ਰਿਹਾ ਤੁਹਾਨੂੰ ਰੋਕਣ ਦਾ, ਕਿਉਂਕਿ ਬੜੀ ਫਲੋ 'ਚ ਤੁਸੀਂ ਬੜੀ ਸੋਹਣੀਆਂ ਗੱਲਾਂ ਕਰ ਰਹੇ ਹੋ, ਪਰ ਪ੍ਰੋਗਰਾਮ ਦਾ ਨਾਮ ਹੈ ਗੱਲਾਂ ਤੇ ਗੀਤ। ਸਾਡੇ ਕੋਲ ਲੁੱਡੀ ਤਿਆਰ ਪਈ ਆ, ਉਹ ਵੀ ਸਾਡੇ ਲੋਕ ਨਾਚ ਦਾ ਹੀ ਇੱਕ ਅੰਗ ਹੈ ਨਾ, ਸੋ ਆਪਾਂ ਉਹਨੂੰ ਵੀ ਦੇਖਦੇ ਹਾਂ। ਇਸੇ ਦੌਰਾਨ ਸਾਡੇ ਦਰਸ਼ਕਾਂ ਨੇ ਜੋ ਹੁਣ ਤੱਕ ਤੁਸੀਂ ਪਾਇਆ ਉਹਨਾਂ ਦੇ, ਉਹ ਥੋੜਾ ਥੱਲੇ ਵੀ ਹੋ ਜਾਏਗਾ, ਫਿਰ ਆਪਾਂ ਅਗਲੀ ਗੱਲ ਕਰਦੇ ਹਾਂ। ਸੋ ਆਪਾਂ ਲੁੱਡੀ ਦੇਖਦੇ ਹਾਂ। ਠੀਕ ਹੈ ਜੀ, ਠੀਕ ਹੈ। ਵਿੱਚ ਪੰਜਾਬ ਵਿਸਾਖੀ ਦਾ ਮੇਲਾ, ਤੇ ਗੱਭਰੂ ਬਣ ਬਣਿਆ ਡਾਰਾਂ, ਮਾਰਿਓ ਸ਼ੇਖਾ ਡਗਾ ਢੋਲ ਤੇ ਮੈਂ ਜਿੰਦੜੀ ਤੇਥੋਂ ਵਾਰਾਂ, ਤੇ ਮੈਂ ਜਿੰਦੜੀ ਤੇਰੇ ਤੋਂ ਵਾਰਾਂ। ਓਏ ਅਲੀ ਸ਼ਾਹ ਮੇਲੇ ਦੇ ਵਿੱਚ ਆ ਗਏ ਗੱਭਰੂ, ਲੁੱਡੀਆਂ ਪਾ ਛਾ ਗਏ ਗੱਭਰੂ, ਮੇਲੇ ਦੇ ਵਿੱਚ ਆ ਗਏ ਗੱਭਰੂ, ਲੁੱਡੀਆਂ ਪਾ ਛਾ ਗਏ ਗੱਭਰੂ, ਨੱਚ ਨੱਚ ਤਰਤ ਹਲਾਉਂਦੇ ਨੇ, ਉਹ ਲੁੱਡੀਆਂ ਪਾਉਂਦੇ ਨੇ, ਉਹ ਲੁੱਡੀਆਂ ਪਾਉਂਦੇ ਨੇ, ਉਹ ਲੁੱਡੀਆਂ ਪਾਉਂਦੇ ਨੇ। ਪੈਰਾਂ ਦੇ ਵਿੱਚ ਘੁੰਗਰੂ ਛਣ ਛਣ ਕਰਦੇ ਨੇ, ਵੇਖਣ ਵਾਲੇ ਵੇਖ ਕੇ ਹੌਂਕੇ ਭਰਦੇ
ਖੜ ਵੇਖਣ ਸਾਰੇ ਉਹ ਸੱਥ ਵਿੱਚ ਗੱਭਰੂ ਲੁੱਡੀ ਪਈ ਪਵੇਂਗੇ ਖੜ ਖੜ ਵੇਖਣ ਸਾਰੇ ਹਾਣੀ ਆਵੇ ਚੱਲ ਮੇਲੇ ਨੂੰ ਚੱਲੀਏ ਸੋਹਣੇ ਆਵੇ ਚੱਲ ਮੇਲੇ ਨੂੰ ਚੱਲੀਏ ਔੜਕ ਜਾਣਾ ਮਰਵੇ ਚੱਲ ਮੇਲੇ ਨੂੰ ਚੱਲੀਏ ਸੋਹਣੇ ਆਵੇ ਚੱਲ ਮੇਲੇ ਨੂੰ ਚੱਲੀਏ ਆ ਲੈ ਫੜ ਕੁੰਜੀਆਂ ਤੇ ਸਾਂਭ ਲੈ ਤਿਜੋਰੀਆਂ ਖਸਮਾਂ ਨੂੰ ਖਾਂਦਾ ਤੇਰਾ ਘਰ ਵੇ ਚੱਲ ਓਏ ਅਲੀ ਸ਼ਾਹ ਕੰਮ ਲੁੱਡੀ ਓ ਸ਼ਾਵਾ ਕੰਮ ਲੁੱਡੀ ਓ ਸ਼ਾਵਾ ਕੰਮ ਲੁੱਡੀ ਓ ਸ਼ਾਵਾ ਕੰਮ ਲੁੱਡੀ ਓਏ ਅਲੀ ਸ਼ਾਹ ਮਾਲੀ ਦਾ ਕੰਮ ਪਾਣੀ ਪਾਉਣਾ ਓਏ ਉਹ ਭਰ ਭਰ ਮਸ਼ਕਾਂ ਪਾਵੇ ਓਏ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਉਹ ਲਾਵੇ ਓਏ ਜਾਣਾ ਲਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਮਾਲੀ ਦਾ ਕੰਮ ਬੂਟੇ ਲਾਉਣਾ ਭਰ ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਣਾ ਲਾਵੇ ਜਾਂ ਨਾ ਲਾਵੇ। ਵੈਸੇ ਜੋ ਮਿਹਨਤ ਕਰਦੇ ਨੇ ਉਹਨਾਂ ਦੇ ਸਿਦਕ ਨੂੰ ਉਹਨਾਂ ਦੇ ਸਿਰੜ ਨੂੰ ਬੂਰ ਜ਼ਰੂਰ ਪੈਂਦਾ ਹੈ। ਸਾਡੇ ਕੋਲ ਇਸ ਵੇਲੇ ਭੰਗੜੇ ਦੇ ਹਰ ਚੀਜ਼ ਦੇ ਨਾਲ ਉਹ ਭਰੇ ਹੋਏ ਸ਼ਖਸੀਅਤ ਅੱਜ ਸਾਡੇ ਸਟੂਡੀਓ 'ਚ ਵਿਰਾਜਮਾਨ ਨੇ। ਨੀਤੀ ਰਾਜ ਜੀ, ਆਓ ਇੱਕ ਵਾਰੀ ਫਿਰ ਆਪਾਂ ਗੱਲਬਾਤ ਕਰਦੇ ਹਾਂ। ਨੀਤੀ ਜੀ, ਤੁਸੀਂ ਇੰਨਾ ਸਮਾਂ ਭੰਗੜਾ ਪਾਇਆ ਵੀ ਪਵਾਇਆ ਵੀ ਔਰ ਪਰੰਪਰਾ ਦੇ ਵਿੱਚ ਉਹਨੂੰ ਦੇਖਦੇ ਵੀ ਆ ਰਹੇ ਹੋ। ਹੁਣ ਅਸੀਂ ਭੰਗੜੇ ਦੇ ਪਿਛੋਕੜ ਤੋਂ ਅੱਜ ਤੱਕ ਦੇ ਜੋ ਸਮੇਂ ਦੇ ਹਿਸਾਬ ਦੇ ਨਾਲ ਚੇਂਜ ਆਏ ਨੇ, ਜਿਹਨੂੰ ਤੁਸੀਂ ਵੀ ਦੇਖਿਆ ਮਹਿਸੂਸ ਕੀਤਾ, ਜੀ ਕੁਝ ਤਾਂ ਚੇਂਜ ਇਹੋ ਜਿਹੇ ਜ਼ਰੂਰ ਹੋਣਗੇ ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਖੁਸ਼ੀ ਵੀ ਹੁੰਦੀ ਹੋਏਗੀ, ਕੁਝ ਇਹੋ ਜਿਹੇ ਵੀ ਬਦਲਾਅ ਹੋਣਗੇ ਜਿਨ੍ਹਾਂ ਨੂੰ ਦੇਖ ਕੇ ਮਨ ਚਾਹੁੰਦਾ ਹੋਏਗਾ ਕਿ ਯਾਰ ਇਹਦੇ ਨਾਲੋਂ ਨਾ ਹੀ ਕਰਦੇ। ਸੋ ਇਦਾਂ ਦਾ, ਕਿਉਂਕਿ ਤੁਸੀਂ ਬਤੌਰ ਜੱਜਮੈਂਟ ਤੇ ਵੀ ਜਾਂਦੇ ਰਹਿੰਦੇ ਹੋ ਸਾਰਾ ਕੁਝ, ਬਿਲਕੁਲ। ਸੋ ਥੋੜਾ ਜਿਹਾ ਇਸ ਬਾਰੇ ਵੀ ਚਾਨਣਾ ਪਾਓ। ਦੇਖੋ, ਬਦਲਾਅ ਜਿਹੜਾ ਆ ਉਹ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਅੰਗ ਆ ਔਰ ਹੋਣਾ ਵੀ ਚਾਹੀਦਾ ਜੀ। ਲੋਕ ਕਲਾ ਵੀ ਉਦੋਂ ਹੀ ਜਿਉਂਦੀ ਰਹਿੰਦੀ ਹੈ ਜਿਉਂ ਤਾਈਂ ਲੋਕਾਂ ਦੀ ਉਹਦੇ ਵਿੱਚ ਜਿਹੜੀ ਹੈ ਕੰਟਰੀਬਿਊਸ਼ਨ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ। ਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਬਦਲਾਅ ਜਿਹੜੇ ਹੋਏ, ਮੈਂ 1999 ਮੈਂ ਪਹਿਲੀ ਵਾਰੀ ਨੱਚਿਆ ਸੀਗਾ, ਉਸ ਤੋਂ ਲੈ ਕੇ ਹੁਣ ਤੱਕ ਮੈਂ ਡਾਂਸਿਸ ਦੇ ਵਿੱਚ ਖਾਸ ਕਰ ਭੰਗੜੇ ਦੇ ਵਿੱਚ ਕਾਫੀ ਜਿਹੜੇ ਹੈ ਉਹ ਬਦਲਾਅ ਵੇਖੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਿ ਕਿੰਨੇ ਸਜਿੰਦੇ ਨੇ ਉਹ ਚੇਂਜ ਹੋਏ। ਕਿਉਂਕਿ ਪਹਿਲਾਂ ਜਦੋਂ ਭੰਗੜਾ 99 ਦੇ ਵਿੱਚ ਮੈਂ ਪਾਇਆ, ਉਦੋਂ ਸਿਰਫ ਢੋਲ ਔਰ ਅਲਗੋਜ਼ੇ ਤੇ ਇੱਕ ਬੋਲੀਆਂ ਵਾਲੇ ਜਿਹੜੇ ਸੀ ਉਹ ਸਿੰਗਰ ਜਿਹੜੇ ਉਹ ਨਾਲ ਹੁੰਦੇ ਸੀ। ਔਰ ਉਸ ਤੋਂ ਪਹਿਲਾਂ ਜਿਹੜੇ ਸਿਰਫ ਅਲਗੋਜ਼ੇ ਤੇ ਢੋਲ ਵਾਲੇ ਜਿਹੜੇ ਬੋਲੀਆਂ ਵੀ ਜਿਹੜੀਆਂ ਸੀ ਉਹ ਢੋਲ ਵਾਲੇ ਖੁਦ ਹੀ ਪਾਉਂਦੇ ਸੀਗੇ। ਅੱਛਾ। ਇਹ ਹੌਲੀ ਹੌਲੀ ਜਿਹੜਾ ਇਹਦੇ ਵਿੱਚ ਫਿਰ ਐਡੀਸ਼ਨ ਹੋਈ ਜੀ, ਚਿਮਟਾ ਨਾਲ ਜੁੜ ਗਿਆ। ਇੱਕ ਚਿਮਟਾ ਦੇ ਨਾਲ ਜੁੜਨ ਦੇ ਨਾਲ ਨਾਲ ਉਹਦੇ ਵਿੱਚ ਆਪਣਾ ਬੁਕਚੂ ਜਾਂ ਤੂੰਬੀ ਜਿਹੜੀ ਹੈ ਇਹ ਇੰਸਟਰੂਮੈਂਟ ਜੁੜਦੇ ਗਏ। ਇਸੇ ਤਰੀਕੇ ਨਾਲ ਜੇ ਆਪਾਂ ਸਟੈਪਸ ਦੀ ਗੱਲ ਕਰੀਏ ਤੇ ਪਹਿਲਾਂ ਜਿਹੜਾ ਭੰਗੜਾ ਸੀ ਉਹ ਜਿੱਥੇ ਜੋਸ਼ ਤੇ ਜਿਹੜਾ ਸੀ ਉਹ ਦਿਖਾਉਂਦੇ ਸੀ, ਪਰ ਨਾਲ ਨਾਲ ਇਹ ਸੀਗਾ ਕਿ ਜਿਹੜੀ ਉਹਦੀ ਜਿਹੜੀ ਗ੍ਰੇਸ ਸੀ ਉਹ ਨਹੀਂ ਸੀ ਮਰਦੀ। ਅੱਛਾ ਜੀ। ਤੇ ਇਹੀ ਚੀਜ਼ ਮੈਂ ਹੁਣ ਵੀ ਚਾਹੁੰਦਾ ਹਾਂ ਕਿ ਇਹ ਚੀਜ਼ ਨਹੀਂ ਮਰਨੀ ਚਾਹੀਦੀ, ਗ੍ਰੇਸ ਤੇ ਜਿਹੜੀ ਹੈ। ਪਹਿਲਾਂ ਜਿਹੜੇ ਬਾਜ਼ੀਗਰਾਂ ਵਾਲੇ ਜਿਹੜੇ ਐਕਸ਼ਨ ਸੀ, ਐਕਰੋਬੈਟਸ ਜਿਹੜੇ ਸੀਗੇ ਉਹ ਸਟੇਜ ਦੇ ਉੱਤੇ ਕੀਤੇ ਜਾਂਦੇ ਸੀ। ਮੋਢਿਆਂ ਉੱਤੇ ਖੜੇ ਹੋਣਾ ਜਾਂ ਸਿਰ ਉੱਤੇ ਚਾਟੀ ਰੱਖ ਕੇ ਉਹਦੇ ਉੱਤੇ ਖੜੇ ਹੋਣਾ। ਜਦੋਂ ਤੁਸੀਂ ਜਾਗਤੇ ਰਹੋ ਫਿਲਮ ਦਾ ਜਾਂ ਨਇਆ ਦੌਰ ਫਿਲਮ ਦਾ ਭੰਗੜਾ ਵੇਖਦੇ ਹੋ, ਜਿਹੜਾ ਕਿ ਸਾਡੇ ਮਾਨਯੋਗ ਮਨੋਹਰ ਦੀਪਕ ਜੀ ਜਿਹੜੇ ਉਹਨਾਂ ਨੇ ਨੱਚਿਆ ਹੋਇਆ ਆ, ਉਹਨਾਂ ਦੇ ਨਾਲ ਦੇ ਉਹਨਾਂ ਦੇ ਸਾਥੀਆਂ ਨੇ, ਤੇ ਉਹਦੇ ਵਿੱਚ ਇਹ ਚੀਜ਼ਾਂ ਦਿਖਾਈਆਂ ਗਈਆਂ ਨੇ। ਪਰ ਜਦੋਂ ਸਟੇਜੀਕਰਨ ਹੁੰਦਾ ਔਰ ਇਹਦੇ ਫਿਰ ਹੌਲੀ ਹੌਲੀ ਹੁਣ ਜਿਹੜਾ ਰੂਲਸ ਆਉਂਦੇ ਨੇ ਉਹਦੇ ਵਿੱਚ ਲਿਖਿਆ ਜਾਂਦਾ ਬਕਾਇਦਾ ਕਿ ਇਹਨਾਂ ਚੀਜ਼ਾਂ ਦੇ ਨੰਬਰ ਨਹੀਂ ਕੋਈ ਮਿਲਣੇ ਤੇ ਐਵੇਂ ਨਾ ਕੋਈ ਸਟੇਜ ਦੇ ਉੱਤੇ ਇਹੋ ਜਿਹੀ ਚੀਜ਼ ਕੀਤੀ ਜਾਵੇ। ਤੇ ਜਿੱਥੇ ਗੱਲ ਆਉਂਦੀ ਹੈਗੀ ਹੈ ਕਿ ਇਹਦੇ ਨਾਲ ਜਿਹੜੇ ਅੱਜ ਕੱਲ੍ਹ ਦੇ ਵਿੱਚ ਕਾਸਟਿਊਮਸ ਦੇ ਵਿੱਚ ਕਾਫੀ ਚੇਂਜਸ ਆਈਆਂ ਨੇ।
ਇਹਦੇ ਜਿਹੜੇ ਸਟੈਪਸ ਨੇ, ਜਿਹੜੇ ਜਿਵੇਂ ਜਿਵੇਂ ਜਾਣਕਾਰੀ ਇਹਦੇ ਬਾਰੇ ਵੱਧਦੀ ਗਈ, ਉਹਦੇ ਵਿੱਚ ਚੇਂਜਸ ਆਈਆਂ ਨੇ। ਸਾਡੇ ਮਾਨਯੋਗ ਜਿਹੜੇ ਸਾਡੇ ਸੀਨੀਅਰਸ ਨੇ, ਉਹਨਾਂ ਨੇ ਜਦੋਂ ਸਿਰ ਜੋੜ ਕੇ ਉਹ ਬੈਠੇ, ਔਰ ਕਿ ਲੋਕ ਨਾਚ ਵਿੱਚ ਕਿੰਨਾ ਕੁ ਆਪਾਂ ਕਿਸੇ ਹੋਰ ਡਾਂਸ, ਕਿਉਂਕਿ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰਦਾ ਹੀ ਪਿਆ ਸੀ ਕਿ ਭੰਗੜਾ ਜਿਹੜਾ ਹੈ ਉਹ ਇਕੱਲਾ ਭੰਗੜਾ ਨਹੀਂ, ਉਹਦੇ ਵਿੱਚ ਝੂਮਰ ਦਾ ਅੰਸ਼ ਹੈ, ਉਹਦੇ ਸੰਮੀ ਦਾ ਅੰਸ਼ ਹੈ, ਉਹਦੇ ਧਮਾਲ ਦਾ ਅੰਸ਼ ਹੈ, ਉਹ ਚ ਲੁੱਡੀ ਦੇ ਅੰਸ਼ ਨੇ, ਉਹਦੇ ਵਿੱਚ ਉਹ ਚ ਪਠਾਨੀਆਂ ਆ, ਉਹ ਇਹ ਡਾਂਸਿਸ ਜਿਹੜੇ ਨੇ ਸਾਰਿਆਂ ਦੇ ਥੋੜੇ ਹਿੱਸੇ ਲਏ ਗਏ ਨੇ। ਤੇ ਉਹਨਾਂ ਦਾ ਸਾਰਿਆਂ ਜਿਹੜੇ ਸਾਡੇ ਸੀਨੀਅਰਸ ਨੇ, ਜਿਨ੍ਹਾਂ ਵਿੱਚ ਮਾਸਟਰ ਭਜਨ ਸਿੰਘ ਹੋਰੀ, ਬਾਈ ਬੰਮੀ ਜੀ, ਸਾਡੇ ਸਰ ਇੰਦਰਜੀਤ ਸਿੰਘ ਹੋਰੀ, ਹੋਰ ਜਿਹੜੇ ਭੰਗੜੇ ਦੇ ਪੁਰਾਣੇ ਕਲਾਕਾਰ ਨੇ, ਸਾਰਿਆਂ ਨੇ ਜਦੋਂ ਇਹ ਸਲਾਹ ਕੀਤੀ ਤੇ ਇਹ ਚੀਜ਼ ਆਈ ਕਿ ਜੇ ਆਪਾਂ ਇਹਦਾ ਜਿਹੜਾ ਨਿਰੋਲ ਰੂਪ ਜਿਹੜਾ ਉਹ ਜਿਉਂਦਾ ਰੱਖਣਾ ਹੈ, ਤੇ ਆਪਾਂ ਘੱਟੋ ਘੱਟ ਇਹ ਰੱਖੀਏ ਕਿ ਇਹ ਜਿਹੜੇ ਸਟੈਪਸ ਨੇ ਇਹਨਾਂ ਦੀ ਕੁਝ ਜਿਹੜੀਆਂ ਵਣਗੀਆਂ ਹੀ ਉਸ ਫਾਰਮੇਸ਼ਨ ਦੇ ਵਿੱਚ, ਕੰਪੋਜੀਸ਼ਨ ਦੇ ਵਿੱਚ ਦਿਖਾਈਆਂ ਜਾਣ। ਇਹ ਨਾ ਹੋਵੇ ਕਿ ਉਸ ਭੰਗੜੇ ਦੇ ਉੱਤੇ ਬਾਕੀ ਡਾਂਸਿਸ ਜਿਹੜੇ ਦੂਜੇ ਨਾਚ ਨੇ ਉਹ ਹਾਵੀ ਹੋ ਜਾਣ। ਇਸ ਤਰੀਕੇ ਨਾਲ ਜਿਹੜੇ ਹੈ ਉਹ ਫਿਰ ਉਹਨੂੰ ਥੋੜਾ ਕੁਝ ਬੰਨਿਆ ਗਿਆ, ਯਾਨੀ ਮੌਲਿਕਤਾ ਬਣੀ ਰਹੇ। ਇਹਦੇ ਬਾਰੇ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਮੌਲਿਕਤਾ ਵਾਸਤੇ। ਫਿਰ ਜਿਹੜੇ ਸਾਡੇ ਉਸਤਾਦ ਨੇ, ਜਿਨ੍ਹਾਂ ਨੂੰ ਸਾਡੇ ਨਾਲ ਜਿਹੜੇ ਢੋਲ ਤੇ ਜਿਹੜੇ ਪਰਫਾਰਮ ਕਰਦੇ ਨੇ ਸਾਡੀ ਟੀਮਸ ਦੇ ਨਾਲ, ਉਹ ਜਦੋਂ ਵੀ ਟੀਮ ਦੇ ਨਾਲ ਵਜਾਉਣ, ਖਾਸ ਕਰਕੇ ਜਿਹੜੇ ਪਰੰਪਰਾਗਤ ਜਿਹੜੇ ਸਟੈਪਸ ਨੇ, ਉਹ 'ਚ ਫਿਰ ਰਿਦਮਾਂ ਵੀ ਉਹੀ ਵੱਜਣ ਕਿ ਜਿਹੜੀਆਂ ਕਿ ਪਹਿਲਾਂ ਵੱਜਦੀਆਂ ਹੁੰਦੀਆਂ ਸਨ। ਇਹ ਨਹੀਂ ਕਿ ਉਹਦੇ ਆਪ ਕੁਝ ਜੋੜ ਤੋੜ ਕੇ ਉਹਦੇ ਮਾਤਰੇ ਪੂਰੇ ਕਰਕੇ ਵਜਾਤੀ ਜਾਵੇ, ਉਹ ਸੁਣਨ ਨੂੰ ਜ਼ਰੂਰ ਚੰਗੀ ਲੱਗੇਗੀ, ਪਰ ਇਹ ਹੈ ਕਿ ਉਹਦੀ ਜਿਹੜੀ ਉਹਦਾ ਅਸਲੀ ਰੂਪ ਆ ਉਹ ਜਿਹੜਾ ਉਹ ਖਤਮ ਹੋ ਜਾਏਗਾ। ਯਾਨੀ ਜਿਹੜੀ ਸੁਰ ਤੇ ਤਾਲ ਜਿਹੜਾ ਉਹ ਬਣਿਆ ਰਵੇ, ਤੇ ਸੁਰ ਤਾਲ ਜਿਹੜਾ ਉਹ ਤੁਹਾਡੇ ਕੋਲ ਹੈ ਹੀ ਹੈ। ਬਹਰਹਾਲ ਹੁਣ ਅਸੀਂ ਇਹਦੇ ਤੇ ਆਵਾਂਗੇ ਵੀ ਜਦੋਂ ਭੰਗੜਾ ਸ਼ੁਰੂ ਹੁੰਦਾ ਹੈ, ਪਰਦਾ ਖੁੱਲ੍ਹਦਾ ਹੈ, ਤੇ ਉਦੋਂ ਬੋਲੀਆਂ ਪਾਈਆਂ ਜਾਂਦੀਆਂ ਨੇ, ਜੀ ਕੁਝ ਸ਼ਬਦ ਆਉਂਦੇ ਨੇ, ਕੁਝ ਬੋਲ ਆਉਂਦੇ ਨੇ, ਜਿਹੜੇ ਕਿ ਪਹਿਲੇ ਹੀ ਦਰਸ਼ਕ ਦਾ ਮਨ ਦਾ ਜਿਹੜਾ ਉਬਾਲ ਹੈ ਉਹਨੂੰ ਸਿਖਰ ਤੇ ਲੈ ਜਾਂਦੇ ਨੇ, ਉਹਨੂੰ ਹੈ ਨਾ ਲਾ ਦਿੰਦੇ ਨੇ, ਧੜਕਣ ਤੇ ਲਾ ਦਿੰਦੇ ਨੇ, ਧੜਕਣ ਵਧਾ ਦਿੰਦੇ ਨੇ। ਉਹ ਸ਼ਬਦ ਤੁਹਾਡੇ ਕੋਲ ਵੀ ਨੇ। ਮੈਂ ਹੁਣ ਗੁਸਤਾਖੀ ਤਾਂ ਕਰ ਰਿਹਾ ਵਾਂ, ਪਰ ਤੁਹਾਨੂੰ ਇੰਨਾ ਕਹਿਣਾ ਚਾਹਾਂਗਾ ਵੀ ਜੇ ਤੁਸੀਂ ਉਹ ਦੋ ਸ਼ਬਦ ਜਿਹੜੇ ਹੈ ਜਦੋਂ ਸ਼ੁਰੂ ਹੁੰਦਾ ਹੈ ਤੇ ਉਹ ਕਿੱਦਾਂ ਬੋਲਦੇ ਨੇ ਤੇ ਕੀ ਬੋਲਦੇ ਨੇ? ਇਹਦੇ ਵਿੱਚ ਵੀ ਗੁਰਿੰਦਰ ਜੀ ਦੋ ਵੱਖਰੀਆਂ ਚੀਜ਼ਾਂ ਚੱਲਦੀਆਂ ਨੇ ਕਿ ਪਹਿਲਾਂ ਪਹਿਲ ਤੇ ਇਹ ਸੀ ਕਿ ਜਿਹੜਾ ਭੰਗੜਾ ਸੀ ਉਹ ਪਿੜਾਂ 'ਚ ਪੈਂਦਾ ਸੀ। ਅੱਛਾ ਜੀ। ਔਰ ਪਿੜਾਂ ਦੇ ਵਿੱਚ ਜਿਵੇਂ ਆਪਾਂ ਆਵਾਜ਼ ਮਾਰਦੇ ਹਾਂ, ਹਾਂ ਇਕੱਠੇ ਕਰਨ, ਹਾਂਜੀ, ਸੱਦ ਜਿਹੜੀ ਸੀ ਉਹ ਲੱਗਦੀ ਸੀ। ਜੀ, ਜਿਹਦੇ ਵਿੱਚ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਆ, ਜੋ ਦੇਖਿਆ ਆ, ਕਿਉਂਕਿ ਮੇਰੇ ਫਾਦਰ ਸਾਹਿਬ ਖੁਦ ਵੀ ਲੋਕ ਨਾਚਾਂ ਨਾਲ ਜੁੜੇ ਰਹੇ ਨੇ ਤੇ ਆਪਣੇ ਉਸਤਾਦਾਂ ਤੋਂ ਵੀ ਸਿੱਖਿਆ ਆ, ਤੇ ਉਦੋਂ ਸੱਦ ਵੱਜਦੀ ਸੀਗੀ। ਤੇ ਸੱਦ ਵਿੱਚ ਜਿਵੇਂ ਤੁਹਾਨੂੰ ਇਹਦੇ ਬੋਲਾਂ 'ਚ ਵੀ ਕਾਫੀ ਚੀਜ਼ ਸਮਝ ਆ ਜਾਣੀ ਹੈ ਕਿ ਇਹ ਕਿੱਥੇ, ਕਿੱਦਾਂ, ਕਿਵੇਂ ਇਹ ਚੀਜ਼ ਹੁੰਦੀ ਪਈ ਸੀ। ਵਾਹ, ਮੇਰਾ ਹੁਣ ਧੜਕਣਾਂ ਵਧਣੀਆਂ ਸ਼ੁਰੂ ਹੋ ਗਈਆਂ। ਨਹੀਂ, ਜਿਵੇਂ ਉਹ 'ਚ ਜੋ ਆਪਾਂ ਸੁਣਦੇ ਹਾਂ, ਉਹ ਕਿਹਾ ਜਾਂਦਾ ਸੀਗਾ ਕਿ ਪਾਰ ਝਨਾ ਦੇ ਵਸਦਾ ਬੇਲਾ, ਦਬ ਕੇ ਡਗਾ ਮਾਰੋ ਸ਼ੇਖਾ, ਦੁਨੀਆ ਬਿੰਦ ਝਟਕਦਾ ਮੇਲਾ। ਜੋ ਵੀ ਉਸ ਢੋਲੀ ਦਾ ਨਾਂ ਹੁੰਦਾ ਸੀ ਉਹਦਾ ਨਾਂ ਲੈ ਕੇ ਫਲਾਣਿਆਂ ਢੋਲ ਵਾਲਿਆ, ਕਿ ਜਿਵੇਂ ਪਾਰ ਝਨਾ ਦੇ ਵਸਦਾ, ਕਿ ਜਿਹੜਾ ਝਨਾ ਦੇ ਲਾਗੇ ਜਿਹੜਾ ਜੇ ਪਾਰ ਜਿਹੜਾ ਬੇਲਾ ਹੈ ਜਾਂ ਖਾਲੀ ਥਾਂ ਆ, ਉੱਥੇ ਮੇਲਾ ਲੱਗਿਆ ਹੋਇਆ ਹੈ, ਤੇ ਦਬ ਕੇ ਡਗਾ ਮਾਰੋ ਸ਼ੇਖਾ, ਕਿ ਢੋਲ ਜ਼ੋਰ ਨਾਲ ਵਜਾ ਕਿ ਦੁਨੀਆ ਤੇ ਮੁੱਕ ਜਾਣੀ ਆ, ਆਓ ਸਾਰੇ ਜਾਣੇ ਰਲ ਕੇ ਆਪਾਂ ਨੱਚੀਏ, ਦੋ ਪਲ ਖੁਸ਼ੀ ਮਨਾ ਲਈਏ। ਬਿਲਕੁਲ ਹੈ ਨਾ। ਤੇ ਜਦੋਂ ਬਾਅਦ ਸਟੇਜੀਕਰਨ ਹੁੰਦਾ ਇਸ ਚੀਜ਼ ਦਾ, ਤੇ ਉਹਦੇ ਵਿੱਚ ਕਈ ਚੀਜ਼ਾਂ ਹੋਰ ਗਾਈਆਂ ਗਈਆਂ, ਜਿਵੇਂ ਜੇ ਵਿਸਾਖੀ ਦੇ ਨਾਲ ਆਪਾਂ ਸੰਬੰਧ ਰੱਖਦੇ ਹਾਂ, ਉਹਦੇ ਵਿੱਚ ਖਿਲਵਾੜੇ ਪਿੜਾਂ ਦੇ ਅੰਦਰ ਹੋ ਗਏ ਦਾਣੇ ਦਾਣੇ, ਦਾਣੇ ਵੇਚ ਜੱਟ ਮੇਲੇ ਤੁਰ ਪਿਆ, ਉੱਥੇ ਖੂਬ ਜਵਾਨੀਆਂ ਮਾਣੇ। ਜਾਂ ਜਦੋਂ ਫਿਰ ਹੌਲੀ ਹੌਲੀ ਜਦੋਂ ਇਹਦੇ ਵਿੱਚ ਹੋਰ ਜੋਸ਼ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਜੋੜਨੀਆਂ ਪਈਆਂ, ਜਾਂ ਇਹਦੇ ਪਿੱਛੇ ਕਮੈਂਟਰੀ ਬੋਲਣੀ ਪਈ, ਉਹਦੇ ਵਿੱਚ ਚੰਡੀ ਚੰਡ ਪ੍ਰਚੰਡ ਜੰਗ ਮੈਦਾਨ ਅੰਦਰ, ਦੇਖੀ ਇਸ ਦੇ ਧਾਰ ਤਲਵਾਰ ਲੋਕੋ, ਵਾਹ ਵਾਹ, ਅੱਗ ਮਚੇ ਤਾਂ ਸੁਰਖ ਜਲਾਲ ਹੁੰਦੇ, ਲਾੜੀ ਮੌਤ ਨਾਲ ਕਰਦੇ ਪਿਆਰ ਲੋਕੋ, ਕੱਚੇ ਘੜਿਆਂ ਤੇ ਡੁੱਬਣਾ ਕਲੰਕ ਕਹਿੰਦੇ, ਸੂਲੀ ਚੜ੍ਹਦੇ ਨੇ ਭਰੇ ਦਰਬਾਰ ਲੋਕੋ, ਉਹ ਜਿੱਥੇ ਡੁੱਲਿਆ ਖੂਨ ਸ਼ਹੀਦਾਂ ਦਾ ਉਹਨੂੰ ਕਹਿੰਦੇ ਨੇ ਅੱਜ ਪੰਜਾਬ ਲੋਕੋ। ਕੁਝ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ, ਜਿਹੜੀਆਂ ਕਿ ਤੁਹਾਨੂੰ ਲੋਕ ਨਾਚ ਦੇ ਬਾਰੇ ਵੀ, ਪੰਜਾਬ ਦੇ ਬਾਰੇ ਵੀ, ਤੁਹਾਡੇ ਇਹਨਾਂ ਬੋਲਾਂ ਦੇ ਨਾਲ ਹੀ ਨਾ ਮੇਰੇ ਲੂੰ ਕੰਡੇ ਖੜੇ ਹੋ ਗਏ ਵੀ, ਔਰ ਮੇਰੇ ਹੀ ਨਹੀਂ ਬਲਕਿ ਬਹੁਤ ਸਾਰੇ ਦਰਸ਼ਕ ਜਿਹੜੇ ਇਸ ਵੇਲੇ ਦੇਖ ਰਹੇ ਹੋਣਗੇ, ਉਹਨਾਂ ਨੂੰ ਵੀ ਉਹ ਵੀ ਸਰਸ਼ਾਰ ਜ਼ਰੂਰ ਹੋਏ ਹੋਣਗੇ। ਇਹੀ ਚੀਜ਼ ਹੈ। ਔਰ ਹੁਣ ਅਸੀਂ ਆਨੇ ਵੀ ਜਦੋਂ ਭੰਗੜੇ ਦੀ ਹੁਣ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਇਹ ਵੀ ਸਾਜ਼ ਕਿਹੜੇ ਨੇ, ਕੱਪੜੇ ਕਿਹੋ ਜਿਹੇ ਨੇ, ਕਿਸ ਤਰੀਕੇ ਦੇ ਨਾਲ ਨੰਗੇ ਪੈਰੀ ਖੁੱਲ੍ਹੇ ਦੇ ਵਿੱਚ ਜਾਂ ਸਟੇਜ ਦੇ ਉੱਤੇ, ਇਹ ਚੀਜ਼ਾਂ ਕਿਵੇਂ ਤੁਸੀਂ ਦੇਖਦੇ ਹੋ ਵੀ ਕਿੱਦਾਂ ਜਿਹੜਾ ਆਈਡਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਸੰਪੂਰਨ ਜਿਹੜਾ ਹੈ ਉਹ ਕੀ ਹੈ? ਦੇਖੋ, ਸੰਪੂਰਨ ਆਪਣੇ ਨਿਸ਼ਟ ਆਪਣੇ ਉਸਤਾਦ ਦੇ ਉੱਤੇ ਯਕੀਨ ਰੱਖਣਾ ਇੱਕ ਚੰਗੇ ਸ਼ਾਗਿਰਦ ਦਾ ਜਿਹੜਾ ਆ ਉਹ ਫਰਜ਼ ਬਣਦਾ ਹੈ, ਉਹਦੀ ਡਿਊਟੀ ਹੈਗੀ ਹੈ। ਤੇ ਮੈਂ ਆਪਣੇ ਵੱਡੇ ਜਿਹੜੇ ਜਿਨ੍ਹਾਂ ਕੋਲ ਮੈਂ ਸਿੱਖਿਆ, ਜੋ ਉਹਨਾਂ ਨੇ ਇਹ ਚੀਜ਼ਾਂ ਬਾਰੇ ਜੋ ਲਿਖਿਆ ਆ, ਆਪਾਂ ਉਹਦੇ ਉੱਤੇ ਪੂਰਾ ਯਕੀਨ ਰੱਖ ਕੇ ਮੈਂ ਜਿਹੜੀਆਂ ਜੋ ਮੈਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ ਪਿਆ ਆ, ਕਿ
ਉਹਨਾਂ ਨੇ ਜੋ ਲਿਖਿਆ ਕਿ ਗੋਟੇ ਦੀ ਪਹਿਲਾਂ ਪਹਿਲ ਭਰਮਾਰ ਬਹੁਤ ਹੁੰਦੀ। ਜੇਕਰ ਤੁਸੀਂ ਪੁਰਾਣੇ ਗਾਣੇ ਕੱਢ ਕੇ ਵੇਖੋ, ਦੂਰਦਰਸ਼ਨ ਉੱਤੇ ਵੀ ਕਈ ਗਾਣੇ ਇਦਾਂ ਦੇ ਵੱਜੇ ਹੋਣਗੇ ਜਾਂ ਫਿਲਮਾਂ ਦੇ ਵਿੱਚ ਵੀ, ਤੇ ਗੋਟੇ ਬਹੁਤ, ਜਿਵੇਂ ਸੁਹਾਗ ਫਿਲਮ 'ਚ ਗਾਣਾ ਹੈ ਇੱਕ, ਤੇਰੀ ਰੱਬ ਨੇ ਬਣਾਤੀ ਜੋੜੀ, ਉਹ 'ਚ ਦੇਖੋਗੇ ਇੰਗਲੈਂਡ ਦੇ ਬੰਦੇ ਜਿਹੜੇ ਨੇ ਉਹ ਪਿੱਛੇ ਨੱਚਦੇ ਪਏ ਨੇ ਔਰ ਉਹਨਾਂ ਬੜੇ ਗੋਟੇ ਲੱਗੇ ਹੋਏ ਨੇ ਉਹਨਾਂ ਦੇ ਕਾਸਟਿਊਮਸ ਦੇ ਉੱਤੇ। ਆਮ ਬੋਲ ਚਾਲ 'ਚ ਵੀ ਲੈ ਬਣਾ ਲਈ ਨਾ ਗੋਟੇ ਵਾਲੀ ਪੱਗ। ਤੇ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਉਹਨਾਂ ਨੇ ਮਨਾ ਕੀਤੀਆਂ ਕਿ ਗੋਟੇ ਦਾ ਜਿਹੜਾ ਆ ਇਹ ਇੰਨਾ ਯੂਜ਼ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ। ਵੱਧ ਤੋਂ ਵੱਧ ਪੱਗ ਦੇ ਉੱਤੇ ਪੱਟੀ ਜਾਂ ਜਿਹੜੀ ਜੈਕਟ ਪਾਈ ਜਾਣੀ ਉਹਦੇ ਉੱਤੇ ਉਹਨੂੰ ਹਾਈਲਾਈਟ ਕਰਨ ਵਾਸਤੇ ਗੋਟਾ ਜਿਹੜਾ ਯੂਜ਼ ਕਰਨਾ ਚਾਹੀਦਾ ਆ। ਔਰ ਜਿਹੜੇ ਗਾਨੇ ਜਿਹੜੇ ਨੇ ਗੁੱਟ ਤੇ ਬੰਨਣ ਵਾਸਤੇ ਉਹ ਤੁਸੀਂ ਵਰਤ ਸਕਦੇ ਹੈਗੇ। ਫੁੰਮਣ ਜਿਹੜੇ ਨੇ ਉਹ, ਹਾਂਜੀ ਫੁੰਮਣ, ਉਹ ਵੀ ਇੱਕ ਇਹ ਨਾ ਹੋਵੇ ਕਿ ਹੁਣ ਗੋਟਾ ਏਡਾ ਹੋਵੇ ਤੇ ਫੁੰਮਣ ਉੱਤੇ ਵੱਡਾ ਪਿਆ ਹੋਵੇ ਕਿ ਇੱਕ ਬੱਚੇ ਦਾ ਉਹ 'ਚੋਂ ਸਵੈਟਰ ਨਿਕਲ ਆਵੇ, ਪਰ ਇਹ ਹੈ ਕਿ ਹਾਂ ਤੁਸੀਂ ਗੁੱਟ ਦੇ ਹਿਸਾਬ ਦੇ ਨਾਲ ਜਿਹੜਾ ਤੁਹਾਡਾ ਭੰਗੜੇ ਵਾਲਾ ਕਲਾਕਾਰ ਹੈ ਉਹਦੇ ਜੁੱਸੇ ਦੇ ਹਿਸਾਬ ਦੇ ਨਾਲ ਤੁਸੀਂ ਇਹ ਚੀਜ਼ਾਂ ਨੂੰ ਚੇਂਜ ਜਿਹੜਾ ਹੈ ਉਹ ਕਰ ਦਿਓ। ਮਤਲਬ ਉਹ ਸ਼ਿੰਗਾਰੇ ਨਾ ਕਿ ਉਹਨੂੰ ਨਿਗਾਰ ਨਾ ਹੋਵੇ, ਸ਼ਿੰਗਾਰੇ। ਇਹ ਨਾ ਹੋਵੇ ਕਿ ਉਹਨੂੰ ਜਾਣਾ ਉਹਨੇ ਪਰਫਾਰਮ ਕਰਨਾ ਹੈ ਤੇ ਉਹਨੂੰ ਫਿਕਰ ਪਿਆ ਹੋਵੇ ਕਿ ਮੇਰੇ ਫੁੰਮਣ ਆਪਸ ਨਾ ਫਸ ਜਾਣ, ਕਿਤੇ ਸੱਪਾਂ 'ਚ ਨਾ ਫਸ ਜਾਣ, ਕਿਤੇ ਮੈਂ ਤੰਗ ਨਾ ਹੋਵਾਂ ਪਰਫਾਰਮ ਕਰਨ ਲੱਗਿਆ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਸੱਪ ਵੀ ਹੁੰਦੇ ਤੇ ਕਾਟੋ ਵੀ ਹੁੰਦੀ ਖਰੇ? ਬਿਲਕੁਲ ਜੀ, ਕਾਟੋ ਵੀ ਭੰਗੜੇ 'ਚ ਯੂਜ਼ ਕੀਤੀ ਜਾਂਦੀ ਹੈ, ਪਰ ਜੋ ਆਪਾਂ ਸੁਣਦੇ ਪੜ੍ਹਦੇ ਆ ਉਹਦੇ ਵਿੱਚ ਆਪਾਂ ਨੂੰ ਇਹੀ ਜਾਣਕਾਰੀ ਮਿਲਦੀ ਹੈ ਕਿ ਇਹ ਮਲਵਈ ਗਿੱਧੇ ਤੋਂ ਇੱਧਰ ਆਉਂਦੀ ਹੈ। ਅੱਛਾ, ਹੋਰ ਕੀ ਕੀ ਹੁੰਦਾ? ਡਾਂਗ ਹੁੰਦਾ ਹੈ, ਡਾਂਗ ਹੁੰਦੀ ਖੂੰਡਾ ਆ, ਸੱਪ ਔਰ ਜਿਹੜੀ ਕਾਟੋ, ਇਹੀ ਤਿੰਨ ਚੀਜ਼ਾਂ ਜਿਹੜੀਆਂ ਭੰਗੜੇ 'ਚ ਵਰਤੀਆਂ ਜਾਂਦੀਆਂ ਨੇ। ਜਦੋਂ ਕਿ ਖੂੰਡਾ ਜਿਹੜਾ ਆ ਉਹ ਭੰਗੜੇ 'ਚ ਵਰਤਿਆ ਜਾਂਦਾ ਹੈ, ਭੰਗੜੇ ਦਾ ਸਾਜ਼ ਜਿਹੜਾ ਜਿਹਨੂੰ ਮੰਨਿਆ ਜਾਂਦਾ, ਪ੍ਰੋਪ ਮੰਨਿਆ ਜਾਂਦਾ। ਬਾਕੀ ਸੱਪ ਔਰ ਜਿਹੜੀ ਕਾਟੋ ਹੈ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਇਹ ਮਲਵਈ ਗਿੱਧੇ ਤੋਂ ਇੱਧਰ ਆਉਂਦੀਆਂ ਨੇ। ਤੇ ਉਹ ਫਿਰ ਹਾਂਜੀ, ਉਹ ਫਿਰ ਰਿਦਮ ਦੇਣ ਵਾਸਤੇ ਤੁਸੀਂ ਪੁਰਾਣੇ, ਜਿਵੇਂ ਤੁਹਾਨੂੰ ਮੈਂ ਗੱਲ ਕਰਦਾ ਪਿਆ ਸੀ, ਭੰਗੜੇ ਵੇਖਦੇ ਹੋ ਤੇ ਇੱਕ ਬੰਦਾ ਗਾਉਂਦਾ ਪਿਆ ਜਾਂ ਢੋਲ ਵੱਜਦਾ ਪਿਆ, ਬਾਕੀ ਬੰਦੇ ਤਾੜੀਆਂ ਮਾਰਦੇ ਪਏ ਨਾਲ। ਹੁਣ ਉਹਦੀ ਥਾਂ ਤੇ ਸੱਪ ਵਜਾਇਆ ਗਿਆ ਕਿ ਤਾਂ ਕਿ ਇੱਕ ਬੰਦੇ ਨੇ ਤਾੜੀ ਮਾਰਨੀ ਜਿੱਥੇ ਇੱਕ ਬੰਦੇ ਨੇ ਸੱਪ ਵਜਾਉਣਾ, ਉਹਨੇ 10 ਤਾੜੀਆਂ ਜਿੰਨੀ ਆਵਾਜ਼ ਕੱਢ ਦੇਣੀ ਹੈ। ਅੱਛਾ ਨੀਤੀ ਜੀ, ਹੁਣ ਤੁਸੀਂ ਇੱਕ ਹੋਰ ਗੱਲ ਦੱਸੋ ਵੀ ਇਹ ਕਿਹਾ ਜਾਂਦਾ ਹੈ ਕਿ ਭੰਗੜਾ ਪੈਂਦਾ ਪੱਟਾਂ ਦੇ ਜ਼ੋਰ ਤੇ ਜੀ, ਇਹ ਗੱਲ ਸੱਚ ਹੈ? ਜੋ ਸਰੀਰ ਦੇ ਸਾਰੇ ਦੇ ਜ਼ੋਰ ਤੇ ਪੈਂਦਾ, ਕਿਉਂਕਿ ਤੁਹਾਡਾ ਮਾਨਸਿਕ ਸੰਤੁਲਨ ਵੀ ਜਿਹੜਾ ਹੈ ਉਹ ਬਣਿਆ ਹੋਣਾ ਜ਼ਰੂਰੀ ਹੈ। ਫਿਰ ਉਹ ਪੱਟਾਂ ਤੇ ਹੱਥ ਹੀ ਮਾਰਦੇ ਆ ਤੇ ਪੱਟ ਦੇਖੋ ਉਹ ਤੇ ਪੰਜਾਬੀਆਂ ਦਾ ਸੁਭਾਅ ਆ ਕਿ ਜਿਹੜੀ ਜਿਵੇਂ ਸਾਡੇ ਧਮਾਲ ਆ ਉਹਦੇ ਵਿੱਚ ਉਹ ਵੀ ਸਟੈਪ ਬੈਕ ਸ਼ਾਇਦ ਕੋਈ ਵੀ ਜ਼ਰੂਰੀ ਹੈ। ਨਹੀਂ, ਉਹ ਦੇਖੋ ਇਹ ਜਿਹੜਾ ਆ ਲੋਕ ਨਾਚ ਆ ਆਪਣੇ ਜੁੱਸੇ ਦਾ ਪ੍ਰਦਰਸ਼ਨ ਕਰਨ ਦਾ ਤਰੀਕਾ ਆ। ਉਹਦੇ ਵਿੱਚ ਆਪਣੇ ਡੋਲਿਆਂ ਉੱਤੇ ਹੱਥ ਮਾਰਨੇ ਜਾਂ ਆਪਣੇ ਪੱਟਾਂ ਉੱਤੇ ਹੱਥ ਮਾਰਨੇ ਜਿਹੜੇ ਇੱਕ ਗੱਭਰੂ ਦੀ ਸ਼ਾਨ ਮੰਨੀ ਗਈ ਹੈ ਕਿ ਉਹ ਵੀ ਉਹੀ ਮਾਰੇਗਾ ਜਿਹਦੇ ਕੋਲ ਹੈਗੇ ਨੇ। ਇਹ ਤਾਂ ਮੰਗਵਿਆਂ ਦੇ ਬਾਹਾਂ ਦੇ ਕੰਮ ਨਹੀਂ ਨਾ ਸਰਨਾ ਹੈਗਾ, ਆਪਣੇ 'ਚ ਜਾਨ ਚਾਹੀਦੀ ਹੈ। ਤੇ ਇਕੱਲੇ ਪੱਟਾਂ ਦੇ ਜ਼ੋਰ ਨਾਲ ਨਹੀਂ, ਤੁਹਾਡਾ ਸਰੀਰਕ ਤੌਰ ਤੇ ਤੁਸੀਂ ਬਿਲਕੁਲ ਫਿੱਟ ਹੋਵੋ, ਤੁਹਾਡਾ ਮਾਨਸਿਕ ਸੰਤੁਲਨ ਹੋਵੇ ਬਰਾਬਰ ਹੋ ਜਾਏ, ਜਿੱਦਾਂ ਤੁਸੀਂ ਚੰਗੀ ਚੀਜ਼ ਸਿੱਖ ਕੇ ਚੰਗੀ ਚੀਜ਼ ਹੀ ਅੱਗੇ ਜਿਹੜੀ ਆ ਉਹ ਪ੍ਰੈਜ਼ੈਂਟ ਕਰ ਸਕੋ। ਅੱਜ ਕੱਲ੍ਹ ਜਿਹੜੇ ਜ਼ੋਨਲ ਜਾਂ ਇੰਟਰ ਜ਼ੋਨਲ ਯੂਥ ਫੈਸਟੀਵਲ ਨੇ, ਯੂਨੀਵਰਸਿਟੀਆਂ ਦੇ ਮੇਲੇ ਜਿੱਥੇ ਜ਼ਿਆਦਾਤਰ ਗੱਭਰੂ ਮੁਟਿਆਰਾਂ ਨਜ਼ਰ ਆਉਂਦੇ ਨੇ ਸਾਨੂੰ ਲੋਕ ਨਾਚ ਕਰਦੇ ਹੋਏ ਪਾਉਂਦੇ ਹੋਏ, ਉੱਥੇ ਇਹ 8 ਤੋਂ 10 ਮਿੰਟ ਤੱਕ ਦਾ ਸ਼ਾਇਦ ਸਮਾਂ ਹੁੰਦਾ ਜਿਹਦੇ ਵਿੱਚ, ਔਰ ਉੱਥੇ ਉਹਨਾਂ ਦਾ ਪਤਾ ਲੱਗਦਾ ਸਾਨੂੰ 10 ਮਿੰਟ ਤੋਂ ਬਾਅਦ ਉਹਨਾਂ ਦੇ ਸਾਹ ਹੰਬੇ ਹੋਏ ਨੇ, ਬੱਸ ਹੋਈ ਹੈ, ਮਤਲਬ ਮਰਨ ਪਹਿਰੇ ਹੋਏ ਨੇ। ਕੀ ਸੱਚਮੁੱਚ ਇੰਨਾ ਜ਼ੋਰ ਲੱਗਦਾ ਹੈ ਭੰਗੜਾ ਪਾਉਣ ਲੱਗੇ? ਬਿਲਕੁਲ ਜੀ, ਜਿਵੇਂ ਆਪਾਂ ਇੱਕ ਐਥਲੀਟ ਨੂੰ ਤਿਆਰ ਕਰਦੇ ਹਾਂ ਕਿ ਉਹਨੇ 400 ਮੀਟਰ 800 ਮੀਟਰ ਭੱਜਣਾ ਆ, ਫਿਰ ਜੇ ਉਹਨੂੰ ਆਪਾਂ 100 ਮੀਟਰ ਦੌੜਨ ਵਾਸਤੇ ਕਹਿੰਦੇ ਤੇ ਉਹਨੂੰ ਕਹਿੰਦਾ ਸਾਰਾ ਜ਼ੋਰ ਤੂੰ ਉਹਦੇ ਵਿੱਚ ਲਾ ਦੇ। ਇਸ ਤਰੀਕੇ ਨਾਲ 2-2.5 ਮਹੀਨੇ ਦੀ ਜਿਹੜੀ ਪ੍ਰੈਕਟਿਸ ਕੀਤੀ ਹੁੰਦੀ ਹੈ ਉਹ ਸਿਰਫ ਉਹ 10 ਜਾਂ 15 ਮਿੰਟਾਂ ਜਿਹੜੀ 12 ਮਿੰਟਾਂ ਵਾਸਤੇ ਜਿਹੜੀ ਹੈ ਉਹੀ ਕੀਤੀ ਜਾਂਦੀ ਹੈ। ਔਰ ਹਰ ਕੋਈ ਬੱਚਾ ਜਿਹੜਾ ਚਾਹੁੰਦਾ ਕਿ ਮੈਂ ਉਹ 'ਚ ਆਪਣਾ ਜਿਹੜਾ ਹੈ 100% ਦੇ ਕੇ ਉਤਰਾਂ। ਇਸ ਕਰਕੇ ਜ਼ੋਰ ਫਿਰ ਲੱਗਣਾ ਹੀ ਲੱਗਣਾ। ਹੁਣ ਇੱਕ ਪਾਸੇ ਹੋਰ ਜ਼ੋਰ ਲੱਗ ਰਿਹਾ, ਮੈਂ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗਾ। ਅੱਜ ਕੱਲ੍ਹ ਜ਼ੋਰ ਜਿਹੜਾ ਉਹ ਪੱਟਾਂ ਤੇ ਘੱਟ ਲੱਗਦਾ ਹੈ ਜਾਂ ਜੁੱਸੇ ਤੇ ਘੱਟ ਲੱਗਦਾ, ਉਹ ਰੀਲਾਂ ਬਣਾਉਣ ਤੇ ਜ਼ਿਆਦਾ ਲੱਗਦਾ ਹੈ ਬੱਚਿਆਂ ਦਾ, ਹੈ ਨਾ। ਉਹਨਾਂ ਨੇ ਇੱਕ ਸਟੈਪ ਨਹੀਂ ਸਿੱਖਿਆ ਹੁੰਦਾ ਤੇ ਉਹ ਮਤਲਬ ਰੀਲਾਂ ਅੱਜ ਕੱਲ੍ਹ ਉਹ ਸ਼ਾਰਟਸ ਪਾਣੇ ਜਿਹਨੂੰ ਕਹਿੰਦੇ ਪਏ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਹੈ ਹੁਣ ਉਹ ਭੰਗੜਾ ਉੱਥੇ ਜ਼ਿਆਦਾ ਦੇਖਿਆ ਜਾ ਰਿਹਾ। ਜੇ ਮੈਂ ਕਹਾਂ ਕਿ ਮੈਂ ਨਾਂ ਤਾਂ ਨਹੀਂ ਲਵਾਂਗਾ, ਤੁਹਾਡੇ ਵੀ ਕਈ ਸਾਥੀ ਇਹੋ ਜਿਹੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਉਹਨਾਂ ਦੇ ਫੋਲੋਵਰਸ ਨੇ, ਪਪੂਲਰ ਨੇ। ਤੁਸੀਂ ਇਸ ਬੈਂਡ ਨੂੰ ਕਿਵੇਂ ਦੇਖਦੇ ਹੋ? ਮੈਂ ਇਹ ਦੇਖਦਾ ਜੀ ਕਿ ਜੇ ਭੰਗੜਾ ਉੱਥੋਂ ਚੱਲਦਾ 7 ਤੋਂ 12 ਤੋਂ ਚੱਲਦਾ ਹੁਣ ਸੋਸ਼ਲ ਮੀਡੀਆ ਤੇ ਆ ਪਹੁੰਚਿਆ ਜੀ, ਇਹ ਵੀ ਸਮੇਂ ਦਾ ਜਿਹੜਾ ਆ ਉਹ ਇੱਕ ਬਦਲਾਅ ਹੀ ਹੈ। ਸਕਾਰਾਤਮਕ ਬਦਲਾਅ ਹੈ ਜਾਂ ਤੁਸੀਂ ਇਹਨੂੰ ਕਿੱਦਾਂ? ਸਕਾਰਾਤਮਕ ਇਹਨੂੰ ਤੁਸੀਂ ਇਸ ਤਰੀਕੇ ਨਾਲ ਗਿਣ ਸਕਦੇ ਹੋ ਕਿ ਹਾਂ ਵੀ ਜੇਕਰ ਅੱਜ ਕੋਈ ਭੰਗੜੇ ਵਾਲਾ ਸੋਸ਼ਲ ਮੀਡੀਆ ਉੱਤੇ ਇੰਨਾ ਜ਼ਿਆਦਾ ਉਹ ਮਸ਼ਹੂਰ ਮਕਬੂਲ ਹੋ ਗਿਆ ਤੇ ਉਹਦਾ ਨਾਮ ਤੇ ਇਹੀ ਵੱਜਦਾ ਨਾ ਕਿ ਫਲਾਣੀ ਟੀਮ ਦਾ, ਫਲਾਣੀ ਭੰਗੜਾ ਟੀਮ ਦਾ ਭੰਗੜੇ ਵਾਲਾ। ਇਸ ਚੀਜ਼ ਨੂੰ ਆਪਾਂ ਸਕਾਰਾਤਮਕ ਲੈ ਸਕਦੇ ਹਾਂ। ਪਰ ਹਾਂ ਉਹਦੇ ਉੱਤੇ ਕਿਹੇ ਜਿਹੇ ਗਾਣੇ ਉੱਤੇ ਉਹ ਕਿਹੋ ਜਿਹੇ ਸਟੈਪ ਕਰਦਾ ਪਿਆ ਆ, ਉਹ ਫਿਰ ਭਾਵੇਂ ਕੋਈ ਨਾਮੀ ਟੀਮ ਦਾ ਹੋਵੇ ਜਾਂ ਕੋਈ ਬਗਾਨੀ ਟੀਮ ਦਾ ਹੋਵੇ, ਤੇ ਉਹ ਚੰਗੀ ਚੀਜ਼ ਜੇ ਪ੍ਰੈਜ਼ੈਂਟ ਕਰੇਗਾ ਤੇ ਉਹ ਸਕਾਰਾਤਮਕ ਹੈ, ਨਹੀਂ ਤੇ ਉਹ ਤੁਸੀਂ ਲੋਕਾਂ ਨੇ ਹੀ ਉਹਨੂੰ ਨਿਗਲੈਕਟ ਕਰ ਦੇਣਾ। ਸਮਾਂ ਬਿਲਕੁਲ ਨਿਕਲ ਗਿਆ ਲਗਭਗ। ਆਖਰੀ ਸ਼ਬਦ ਤੁਹਾਡੇ ਤੋਂ ਇਸ ਬਾਰੇ ਚਾਹਾਂਗਾ ਕਿ ਸਾਡੇ ਇਸ ਲੋਕ ਪਰੰਪਰਾ ਦੇ ਲੋਕ ਨਾਚਾਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਲਿਜਾਉਣ ਦੇ ਲਈ ਤੁਹਾਨੂੰ ਕੀ ਲੱਗਦਾ ਕਿ ਕਿਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ
ਤੇ ਜੇ ਕੋਈ ਤੁਹਾਨੂੰ ਲੱਗਦਾ ਹੈ ਕਿ ਤਵੱਕੋ ਸੰਸਥਾਵਾਂ ਵੱਲੋਂ ਵੀ ਹੋਵੇ, ਸਰਕਾਰਾਂ ਵੱਲੋਂ ਵੀ ਹੋਵੇ, ਤਾਂ ਉਹ ਕਿਹੋ ਜਿਹਾ ਤੁਹਾਨੂੰ ਲੱਗਦਾ ਹੈ? ਕੋਈ ਵੀ ਚੀਜ਼, ਕੋਈ ਵੀ ਬੂਟਾ ਉਨੀ ਚਿਰ ਤੱਕ ਨਹੀਂ ਵੱਧ ਫੁੱਲ ਸਕਦਾ ਜੇਕਰ ਉਹਦੀ ਗੋਡੀ ਨਾ ਕੀਤੀ ਜਾਵੇ, ਉਹਨੂੰ ਪਾਣੀ ਨਾ ਸਹੀ ਤਰੀਕੇ ਨਾਲ ਦਿੱਤਾ ਜਾਵੇ ਔਰ ਉਹਦੇ ਆਲੇ ਦੁਆਲੇ ਕੋਈ ਇਹੋ ਜਿਹੀ ਵਾੜ ਨਾ ਲਾਈ ਜਾਵੇ ਤਾਂ ਕਿ ਲੋਕ ਜਿਹੜੇ ਪਸ਼ੂ ਨੇ ਉਹਨੂੰ ਖਾ ਜਾਣ। ਉਸੇ ਤਰੀਕੇ ਨਾਲ ਹੀ ਲੋਕ ਨਾਚ ਨੇ ਸਾਡੇ। ਲੋਕ ਨਾਚਾਂ ਦੇ ਜਿਹੜੇ ਬਾਬੇ ਬੋੜ ਨੇ, ਜਿਨ੍ਹਾਂ ਤੋਂ ਅਸੀਂ ਕਈ ਸਿੱਖਿਆ ਔਰ ਅੱਗੇ ਤੋਂ ਵੀ ਸਿੱਖਣਾ ਚਾਹੁੰਦੇ ਹਾਂ ਔਰ ਅਸੀਂ ਇਹ ਵੀ ਚਾਹਾਂਗੇ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਨਾਂ ਤੋਂ ਸਿੱਖਣ ਤੇ ਉਹਨਾਂ ਨੂੰ ਜਿਹੜਾ ਆ ਇੱਕ ਸੰਰਕਸ਼ਣ ਜਿਹੜਾ ਬਹੁਤ ਜ਼ਰੂਰੀ ਆ, ਫਾਈਨੈਂਸ਼ਲੀ ਵੀ ਔਰ ਉਹਨਾਂ ਨੂੰ ਸੋਸ਼ਲੀ ਵੀ, ਦੋਵੇਂ ਤਰੀਕੇ ਨਾਲ, ਤਾਂ ਕਿ ਉਹ ਬਚੇ ਰਹਿਣ। ਉਹਨਾਂ ਦੀ ਛਾਂ ਹੇਠ ਮੇਰੇ ਵਰਗੇ ਔਰ ਮੇਰੇ ਤੋਂ ਬਾਅਦ ਕਈ ਜਿਹੜੇ ਆ ਨਿੱਕੇ ਜਿਹੜੇ ਹੋਰ ਜਿਹੜੀਆਂ ਪਨੀਰੀਆਂ ਨੇ ਉਹ ਵਧਣ ਔਰ ਉਹ ਰੁੱਖ ਬਣਨ ਕੱਲ੍ਹ ਨੂੰ, ਤਾਂ ਕਿ ਸਾਡਾ ਲੋਕ ਨਾਚ ਜਿਹੜਾ ਆ ਉਹ ਜਿਉਂਦਾ ਰਹੇ ਤਮਾਮ ਉਮਰ ਰਹਿੰਦੀ ਦੁਨੀਆ ਤੱਕ। ਦਰਸ਼ਕੋ, ਇਹ ਨੀਤੀ ਰਾਜ ਜੀ ਅੱਜ ਸਾਡੇ ਨਾਲ ਮੌਜੂਦ ਸਨ ਔਰ ਇਹਨਾਂ ਦੇ ਬਾਰੇ ਮੈਂ ਵੀ ਦੱਸ ਦਿਆਂ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਲਗਾਤਾਰ ਭੰਗੜੇ ਦੇ ਸਿਖਲਾਈ ਕੈਂਪ ਵੀ ਲਗਾਉਂਦੇ ਆ ਰਹੇ ਨੇ ਔਰ ਨਵੀਂ ਪੀੜ੍ਹੀ ਨੂੰ ਉਹਦੇ ਨਾਲ ਜੋੜਦੇ ਆ ਰਹੇ ਨੇ। ਨੀਤੀ ਜੀ, ਬਹੁਤ ਕਮਾਲ ਦੀ ਜਾਣਕਾਰੀ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਾਡੇ ਤੱਕ ਔਰ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਔਰ ਅਸੀਂ ਇਹ ਤਵੱਕੋ ਕਰਦੇ ਹਾਂ ਕਿ ਇਹ ਤਾਂ ਅਜੇ ਉਹ ਕਹਿੰਦੇ ਨਾ ਵੀ ਅਬੇ ਤਾਂ ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ, ਸੋ ਅੱਗੇ ਉਹ ਫਿਲਮ ਪੂਰੀ ਤੁਸੀਂ ਕਰਨ ਵਾਸਤੇ ਵੀ ਸਾਡੇ ਕੋਲ ਜ਼ਰੂਰ ਆਉਂਦੇ ਰਹੋਗੇ। ਅੱਜ ਇਸ ਥੋੜ੍ਹੇ ਜਿਹੇ ਸਮੇਂ 'ਚ ਤੁਸੀਂ ਇੰਨੀ ਬਹੁਮੁੱਲੀ ਜਾਣਕਾਰੀ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ। ਧੰਨਵਾਦ ਜੀ। ਵੇ ਛੜਿਓ, ਤੁਸੀਂ ਕੀ ਝਾਤੀਆਂ ਜਿਹੀਆਂ ਮਾਰਦੇ ਹੋ? ਵੇ ਕੁੜੀਆਂ ਦਾ ਗਿੱਧਾ ਪੈਂਦਾ ਹੈ, ਤੁਹਾਡਾ ਕੀ ਕੰਮ ਹੈ ਤੀਵੀਆਂ 'ਚ? ਓ ਛੜਾ ਤੂੰ ਕਹਿਣਾ ਮੇਲਣੇ, ਸੁਣ ਛੜਿਆਂ ਦੇ ਝੜੇ ਨੀ, ਨਾ ਛੜੇ ਨੇ ਵਿਆਹ ਕਰਵਾਉਣਾ। ਉਹ ਨਹੀਂ ਕਰਵਾਉਣਾ ਬਈ। ਓ ਨਾ ਛੜੇ ਨੇ ਵਿਆਹ ਕਰਵਾਉਣਾ, ਨਾ ਬੰਨਣੇ ਨੇ ਸਿਹਰੇ ਨੀ, ਨਾ ਛੜੇ ਨਾ ਕੱਢਣੀ ਬੇਦੀ। ਓ ਨਾ ਛੜੇ ਨੇ ਕੱਢਣੀ ਬੇਦੀ, ਨਾ ਪਾਉਣੇ ਨੇ ਫੇਰੇ ਨੀ, ਬਿਨਾ ਪੌੜੀਆਂ ਕੋਠੇ ਚੜਨਾ। ਉਹ ਵੇਖੀ ਚੱਲ। ਓ ਬਿਨਾ ਪੌੜੀਆਂ ਕੋਠੇ ਚੜਨਾ, ਪਾ ਕੇ ਹੱਥ ਬਨੇ ਨੀਂਦਰ ਨਹੀਂ ਆਉਂਦੀ। ਟੁਕੜੇ ਆਉਣ ਬਤੇਰੇ ਨੀਂਦਰ ਨਹੀਂ ਆਉਂਦੀ। ਟੁਕੜੇ ਆਉਣ ਬਤੇਰੇ ਨੀਂਦਰ ਨਹੀਂ ਆਉਂਦੀ। ਟੁਕੜੇ ਆਉਣ ਬਤੇਰੇ ਨੀਂਦਰ ਨਹੀਂ ਆਉਂਦੀ। ਹੋ ਕੱਲ ਮੁੰਡਿਆਂ ਨੇ ਦੱਸਿਆ ਮੈਨੂੰ, ਮੇਲਣ ਮੇਲ ਵਿੱਚ ਆਈ। ਉਹ ਬਾਈ ਫਿਰ ਕਿੱਥੇ ਗਈ? ਹੋ ਕੱਲ ਮੁੰਡਿਆਂ ਨੇ ਦੱਸਿਆ ਮੈਨੂੰ, ਮੇਲਣ ਮੇਲ ਵਿੱਚ ਆਈ ਬਈ ਉੱਚੀ ਲੰਮੀ ਕੱਦ ਵਾਂਗ ਸਰੂ ਦੇ। ਹਾਏ 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 ਹਾਏ। ਹੋ ਉੱਚੀ ਲੰਮੀ ਕੱਦ ਵਾਂਗ ਸਰੂ ਦੇ, ਖੋਟ ਜਮਾਨੀ ਕਾਈ ਬਈ ਮੱਥਾ ਤੇ ਉਹਦਾ ਇਉਂ ਸੀ ਜਗਦਾ। ਉਹ ਕਿੱਦਾਂ ਜਗਦਾ ਸੀ? ਹੋ ਮੱਥਾ ਤੇ ਉਹਦਾ ਇਉਂ ਸੀ ਜਗਦਾ, ਜਗਦੀਆਂ ਜਿਵੇਂ ਮਜੀਠਾਂ ਵੇ, ਇੱਕ ਦੂਜੀ ਦੇ ਪਾਈਆਂ ਦੇਖ ਕੇ। ਉਹ ਕੀ ਵੇਖ ਕੇ? ਇੱਕ ਦੂਜੀ ਤੇ ਪਾਈਆਂ ਦੇਖ ਕੇ, ਕਰਦੀ ਮੇਲਣੇ ਰੀਸਾ ਲੀੜਾ ਲੈ ਲਾਨੀ, ਡੋਡਾ ਦੇ ਨੂੰ ਬਾਪ ਨੂੰ ਬੰਦ ਮੇਲਣ ਦੇ। ਕਿਤਣ ਦੀ ਤਿਆਰੀ ਬਈ, ਬੋਚ ਪੱਬ ਚੱਕਦੀ ਸੋਹਣੀ। ਮੈਂ ਉਸ ਤੋਂ ਬਲਿਹਾਰੀ ਬਈ, ਨੀਵੀਂ ਪਾ ਕੇ ਕਦਮ ਉਠਾਵੇ। ਉਹ ਤੋਰ ਟੂਣਿਆ ਹਾਰੀ ਮੇਰੀ ਬਣ ਜਾਨੀ। ਰੱਖੂ ਜਾਣ ਤੋਂ ਪਿਆਰੀ ਮੇਰੀ ਬਣ ਜਾਨੀ। ਰੱਖੂ ਜਾਣ ਤੋਂ ਪਿਆਰੀ ਮੇਰੀ ਬਣ ਜਾਨੀ। ਰੱਖੂ ਜਾਣ ਤੋਂ ਪਿਆਰੀ ਮੇਰੀ ਬਣ ਜਾਨੀ। ਉਹ ਆਜੋ ਵੀ ਆਜੋ, ਸਾਰੇ ਰਲ ਕੇ ਹੁਣ ਗਿੱਧਾ ਪਾ ਲਈਏ। ਚਲੋ ਨੀ ਮੰਨ ਲਓ ਹੁਣ ਇਹਨਾਂ ਵਿਚਾਰਿਆਂ ਦੀ। ਚੱਲ ਪਾ ਭਾਬੀ ਫਿਰ ਗਿੱਧਾ। ਗਿੱਧਾ ਕਰੇ ਮੇਲਣੇ, ਹੁਣ ਗਿੱਧੇ ਦਾ